कल घोर समुद्र में बूडत थे, कबहू मिट है नहीं रे पछुतायो। तत् विचार यह मथुरा, जग तारन को अवतार बनायो। जपयो जिन अर्जुन देव गुरु, फिर संकट जोन गर्भ ना आयो। गुर अर्जन विट हाउ कुर्बानी, गुर अर्जन विट हाउ कुर्बानी, गुर अर्जन विट हाउ कुर्बानी, गुर अर्जन विट हाउ कुर्बानी। रहदे गुर दरियाओं विच मीन कुलीन हेत निर्वाणी, दर्शन देख पतंग ज्यों ज्योति अंदर जोत समाणी। चरण कमल मिल भवर ज्यों सुख संपट विच रैण विहाणी। शब्द सुरत लिव मिरग ज्यों भीड़ पई चित अवर ना आणी। चरण कमल मिल भवर ज्यों सुख संपट विच रैण विहाणी। गुर उपदेश न विसरै बाबी है ज्यों आख बखानी। गुरमुख सुख फल पिरम रस सहज समाध साध संग जानी।
गोरे अर्जन विट हो कुर्बानी, 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 गोरे अर्जन विट हो कुर्बानी। ਸਤਿਗੁਰੂ ਜੀ ਦੇ ਪਾਵਨ ਅਤੇ ਪਵਿੱਤਰ ਦਰਬਾਰ ਦੇ ਵਿੱਚ ਜਿੰਨੇ ਕੋ ਸਰੀਰ ਆਪਾਂ ਸਤ ਸੰਗਤ ਦੇ ਰੂਪ ਵਿੱਚ ਜੁੜ ਬੈਠੇ ਹਾਂ, ਆਪੋ ਆਪਣੀ ਮਨਚਿਤ ਬਿਰਤੀ ਨੂੰ ਇਕਾਗਰ ਕਰਨ ਵਾਸਤੇ, ਰਸਨਾ ਨੂੰ ਪਵਿੱਤਰ ਕਰਨ ਲਈ ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਮੌਕੇ ਦੇ ਸਤਿਗੁਰੂ ਦਾ ਨਾਮ ਲਈਏ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਉਸ ਸਤਿਗੁਰੂ ਨੂੰ ਯਾਦ ਕਰੀਏ ਜਿਸ ਸਤਿਗੁਰੂ ਦੀ ਯਾਦ ਵਿੱਚ ਆਪਾਂ ਸਾਰੇ ਜੁੜ ਬੈਠੇ ਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ, ਕੁਰਬਾਨੀ ਦੇ ਦਾਤਾ, ਗੁਰਬਾਣੀ ਦੇ ਦਾਤਾ, ਮਿਹਰਬਾਨੀ ਦੇ ਦਾਤਾ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ, ਉਸ ਸਤਿਗੁਰੂ ਦੇ ਚਰਨਾਂ ਦੇ ਵਿੱਚ ਇੱਕ ਵਾਰ ਸਿਜਦਾ ਕਰੋ, ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਲਿਖਦੇ ਨੇ ਕਿ ਜਿਸ ਦਿਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਹੁੰਦੀ ਏ, ਇੱਕ ਰਾਤ ਪਹਿਲਾਂ ਬੜੀ ਔਖੀ ਰਾਤ ਸੀ, ਪਰ ਸਤਿਗੁਰਾਂ ਦੀ ਬਿਰਤੀ ਉਸ ਰਾਤ ਕਿਸ ਤਰ੍ਹਾਂ ਦੀ ਸੀ। ਕਸ਼ਟ ਦੇ ਸਮੇਂ, ਭੀੜ ਦੇ ਸਮੇਂ ਭਾਈ ਗੁਰਦਾਸ ਜੀ ਲਿਖਣਾ ਕਰਦੇ ਨੇ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਵਾਣੀ। ਜਿਸ ਤਰ੍ਹਾਂ ਮੱਛੀ ਦਰਿਆ ਦੇ ਵਿੱਚ ਲੀਨ ਰਹਿੰਦੀ ਏ, ਇਸ ਤਰ੍ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਾਮ ਦੇ ਰੰਗ ਦੇ ਵਿੱਚ ਲੀਨ ਸਨ, ਨਾਮ ਦੇ ਵਿੱਚ ਲੀਨ ਸਨ। ਗੁਰੂ ਅਰਜਨ ਹੋ ਕੁਰਬਾਨੀ, ਗੁਰੂ ਅਰਜਨ ਹੋ ਕੁਰਬਾਨੀ, ਗੁਰੂ ਅਰਜਨ ਹੋ ਕੁਰਬਾਨੀ।
ਕੁਰਬਾਨੀ ਗੁਰ ਅਰਜਨ ਵਿਟ ਹਉ ਕੁਰਬਾਨੀ ਗੁਰ ਅਰਜਨ ਵਿਟ ਹਉ ਕੁਰਬਾਨੀ ਗੁਰ ਅਰਜਨ ਵਿਟ ਹਉ ਕੁਰਬਾਨੀ ਰਹਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ ਚਰਨ ਕਮਲ ਮਿਲ ਭਵਰ ਜਿਉ ਸੁਖ ਸੰਪਟ ਵਿੱਚ ਰਹਿਣ ਵਿਹਾਣੀ ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰ ਨਾ ਆਣੀ ਚਰਨ ਕਮਲ ਮਿਲ ਭਵਰ ਜਿਉ ਸੁਖ ਸੰਪਟ ਵਿੱਚ ਰਹਿਣ ਵਿਹਾਣੀ ਗੁਰ ਅਰਜਨ ਵਿਟ ਹੋ ਕੁਰਬਾਨੀ 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 ਗੁਰ ਅਰਜਨ ਵਿਟ ਗੁਰ ਅਰਜਨ ਵਿਟ ਹੋ ਕੁਰਬਾਨੀ 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 ਗੁਰ ਅਰਜਨ ਵਿਟ ਹੋ ਸਤਿਗੁਰੂ ਜੀ ਦੇ ਪਾਵਨ ਅਤੇ ਪਵਿੱਤਰ ਦਰਬਾਰ ਦੇ ਵਿੱਚ ਜਿੰਨੇ ਕੋ ਸਰੀਰ ਆਪਾਂ ਸਤ ਸੰਗਤ ਦੇ ਰੂਪ ਵਿੱਚ ਜੁੜ ਬੈਠੇ ਹਾਂ ਆਪੋ ਆਪਣੀ ਮਨ ਚਿਤ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਰਸਨਾ ਨੂੰ ਪਵਿੱਤਰ ਕਰਨ ਲਈ ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਮੌਕੇ ਦੇ ਸਤਿਗੁਰੂ ਦਾ ਨਾਮ ਲਈਏ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਉਸ ਸਤਿਗੁਰੂ ਨੂੰ ਯਾਦ ਕਰੀਏ ਜਿਸ ਸਤਿਗੁਰੂ ਦੀ ਯਾਦ ਵਿੱਚ ਆਪਾਂ ਸਾਰੇ ਜੁੜ ਬੈਠੇ ਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ, ਕੁਰਬਾਨੀ ਦੇ ਦਾਤਾ, ਗੁਰਬਾਣੀ ਦੇ ਦਾਤਾ, ਮਿਹਰਬਾਨੀ ਦੇ ਦਾਤਾ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ,
ਉਸ ਸਤਿਗੁਰੂ ਦੇ ਚਰਨਾਂ ਦੇ ਵਿੱਚ ਇੱਕ ਵਾਰ ਸਿਜਦਾ ਕਰੋ, ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਲਿਖਦੇ ਨੇ ਕਿ ਜਿਸ ਦਿਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਹੁੰਦੀ ਹੈ, ਇੱਕ ਰਾਤ ਪਹਿਲਾਂ ਬੜੀ ਔਖੀ ਰਾਤ ਸੀ, ਪਰ ਸਤਿਗੁਰਾਂ ਦੀ ਬਿਰਤੀ ਉਸ ਰਾਤ ਕਿਸ ਤਰ੍ਹਾਂ ਦੀ ਸੀ। ਕਸ਼ਟ ਦੇ ਸਮੇਂ, ਭੀੜ ਦੇ ਸਮੇਂ ਭਾਈ ਗੁਰਦਾਸ ਜੀ ਲਿਖਣਾ ਕਰਦੇ ਨੇ, ਰਹਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਵਾਣੀ। ਜਿਸ ਤਰ੍ਹਾਂ ਮੱਛੀ ਦਰਿਆ ਦੇ ਵਿੱਚ ਲੀਨ ਰਹਿੰਦੀ ਏ, ਇਸ ਤਰ੍ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਾਮ ਦੇ ਰੰਗ ਦੇ ਵਿੱਚ ਲੀਨ ਸਨ, ਨਾਮ ਦੇ ਵਿੱਚ ਲੀਨ ਸਨ, ਗੁਰੂ ਰੂਪ ਦਰਿਆ ਦੇ ਵਿੱਚ ਲੀਨ ਸਨ। ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ। ਜਿਸ ਤਰ੍ਹਾਂ ਪਤੰਗਾ ਕਿਤੇ ਦੀਵਾ ਜਗਦਾ ਹੋਏ ਤੇ ਪਤੰਗਿਆਂ ਨੂੰ ਦੱਸਣਾ ਨਹੀਂ ਪੈਂਦਾ, ਪਤੰਗੇ ਆਪਣੇ ਆਪ ਆ ਕੇ ਦੀਵੇ ਦੇ ਉੱਤੋਂ ਕੁਰਬਾਨ ਹੋ ਜਾਂਦੇ ਨੇ, ਆਪਣਾ ਆਪ ਵਾਰ ਦਿੰਦੇ ਨੇ। ਜਿਸ ਤਰ੍ਹਾਂ ਪਤੰਗਿਆਂ ਦੀ ਦੀਵੇ ਦੇ ਨਾਲ, ਜੋਤ ਦੇ ਨਾਲ ਪ੍ਰੀਤੀ ਹੁੰਦੀ ਏ, ਉਹ ਜੋਤ ਦੇ ਵਿੱਚ ਸੜ ਕੇ ਉਹਨਾਂ ਦੀ ਜੋਤ ਜੋਤ ਦੇ ਵਿੱਚ ਹੀ ਰਲ ਜਾਂਦੀ ਏ। ਭਾਈ ਗੁਰਦਾਸ ਜੀ ਲਿਖਦੇ ਨੇ, ਇਸ ਤਰ੍ਹਾਂ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਜੋਤ ਜਿਹੜੀ ਸੀ, ਉਹ ਜੋਤ ਦੇ ਵਿੱਚ ਰਲ ਗਈ। ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ। ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰ ਨਾ ਆਣੀ। ਮਿਰਗ ਦਾ ਪ੍ਰਮਾਣ ਦਿੱਤਾ ਭਾਈ ਗੁਰਦਾਸ ਜੀ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਸ ਤਰ੍ਹਾਂ ਹਰਨਾਂ ਨੂੰ ਫੜਨ ਵਾਲੇ, ਮਿਰਗਾਂ ਨੂੰ ਫੜਨ ਵਾਲੇ ਜਿਹੜੇ ਸ਼ਿਕਾਰੀ ਨੇ, ਉਹ ਜੰਗਲ ਦੇ ਵਿੱਚ ਜਾ ਕੇ ਕੰਢੇ ਹਿੜੇ ਦਾ ਨਾਦ ਵਜਾਉਂਦੇ ਨੇ, ਤੇ ਹਿਰਨ ਜਿਹੜਾ ਹੈ ਉਸ ਨਾਦ ਦੀ ਧੁਨੀ ਨੂੰ ਸੁਣ ਕੇ ਉਹਦੇ ਵਿੱਚ ਮਸਤ ਹੋਇਆ। ਉਹ ਇੱਕਦਮ ਸ਼ਿਕਾਰੀ ਦੇ ਸਾਹਮਣੇ ਆ ਕੇ ਖਲੋ ਜਾਂਦਾ ਹੈ। ਉਹ ਪਰਵਾਹ ਹੀ ਨਹੀਂ ਕਰਦਾ ਕਿ ਮੈਂ ਫੜਿਆ ਜਾਵਾਂਗਾ। ਉਹਦੀ ਲਿਵ ਜਿਹੜੀ ਹੈ ਉਹ ਨਾਦ ਦੇ ਨਾਲ ਲੱਗੀ ਹੁੰਦੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਭੀੜ ਦੇ ਸਮੇਂ, ਸੰਕਟ ਦੇ ਸਮੇਂ ਆਪਣੀ ਲਿਵ ਨੂੰ, ਸੁਰਤੀ ਨੂੰ ਸ਼ਬਦ ਦੇ ਨਾਲ ਜੋੜਿਆ। ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰ ਨਾ ਆਣੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਹੋਰ ਕਿਸੇ ਗੱਲ ਨੂੰ ਆਪਣੇ ਚਿੱਤ ਦੇ ਵਿੱਚ ਆਉਣ ਹੀ ਨਹੀਂ ਦਿੱਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੀ ਕਰਨੀ ਕਰਕੇ ਸੰਸਾਰ ਤੇ ਗਏ। ਭਾਈ ਗੁਰਦਾਸ ਜੀ ਅਖੀਰਲੀ ਪੰਕਤੀ ਦੇ ਵਿੱਚ ਲਿਖਦੇ ਨੇ, ਭਾਈ ਜੀ ਕਹਿੰਦੇ ਨੇ, ਗੁਰ ਅਰਜਨ ਵਿਟਹੁ ਕੁਰਬਾਨੀ। ਮੈਂ ਇਸ ਤਰ੍ਹਾਂ ਦੀ ਕਰਨੀ ਕਰਨ ਵਾਲੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ ਮੈਂ ਬਲਹਾਰ ਜਾਨਾ, ਮੈਂ ਕੁਰਬਾਨ ਜਾਨਾ, ਮੈਂ ਸਦਕੇ ਜਾਨਾ। ਇਸ ਤਰ੍ਹਾਂ ਦੀ ਕਰਨੀ ਕਰਨ ਵਾਲੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਆਓ ਮੈਂ ਸੰਖੇਪ ਦੇ ਵਿੱਚ, ਬਹੁਤਾ ਵਿਸਤਾਰ ਦੇ ਵਿੱਚ ਮੈਂ ਵਰਣਨ ਨਹੀਂ ਕਰਾਂਗਾ। ਸੰਖੇਪ ਮਾਤਰ ਅਰਜ਼ਾਂ ਕਰਕੇ ਥੋੜੇ ਸਮੇਂ ਦੇ ਵਿੱਚ ਮੈਂ ਤੁਹਾਡੇ ਕੋਲੋਂ ਖਿਮਾ ਮੰਗ ਲੈਣੀ ਹੈ। ਕਿਹੜੇ ਕਾਰਨ ਬਣੇ, ਕੁਝ ਕੁ ਪ੍ਰਮੁੱਖ ਕਾਰਨ ਜਿਹੜੇ ਸਨ ਉਹ ਅਰਜ਼ ਕਰਕੇ ਤੁਹਾਡੇ ਕੋਲੋਂ ਖਿਮਾ ਮੰਗਾਂਗਾ। ਕਿਹੜੇ ਕਾਰਨ ਸਨ ਜਿਨ੍ਹਾਂ ਕਾਰਨਾਂ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ। ਜਦੋਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਸਭ ਤੋਂ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰਿਆਈ ਦਾ ਤਿਲਕ ਦਿੱਤਾ, ਤਖਤ ਤੇ ਬਿਠਾਇਆ, ਪਰਕਰਮਾ ਕਰਕੇ ਨਾਰੀਅਲ ਦੇ 5 ਪੈਸੇ ਮੱਥਾ ਟੇਕੇ। ਮੈਂ ਅਰਜ਼ ਕਰਾਂ, ਇਤਿਹਾਸ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਗੁਰੂ ਨੇ ਆਪਣੇ ਪੁੱਤਰਾਂ ਨੂੰ, ਆਪਣੇ ਪੁੱਤਰ ਨੂੰ ਗੁਰਿਆਈ ਦਿੱਤੀ। ਇਹਦੇ ਤੋਂ ਪਹਿਲਾਂ ਕਦੇ ਵੀ ਪੁੱਤਰਾਂ ਨੂੰ ਗੁਰਿਆਈ ਨਹੀਂ ਦਿੱਤੀ ਸਾਡੇ ਗੁਰੂ ਸਾਹਿਬਾਨਾਂ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਗੁਰਿਆਈ ਨਹੀਂ ਦਿੱਤੀ। ਸੇਵਕ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾ ਕੇ ਤੇ ਤਖਤ ਤੇ ਬਿਠਾਇਆ।
ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਗੁਰਿਆਈ ਨਹੀਂ ਦਿੱਤੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਗੁਰਿਆਈ ਨਹੀਂ ਦਿੱਤੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇੱਕ ਦਿਨ ਇਸ਼ਨਾਨ ਕਰਨ ਦੇ ਸਨ ਤੇ ਚੌਂਕੀ ਦਾ ਪਾਵਾ ਜਿਹੜਾ ਸੀ, ਇੱਕ ਪਾਵਾ ਟੁੱਟ ਗਿਆ। ਆਪਣੀ ਇਸ ਸੁਪੁੱਤਰੀ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਚਨ ਕੀਤਾ, ਸੁਪੁੱਤਰੀ ਮੈਂ ਤੇਰੀ ਸੇਵਾ ਤੇ ਬਹੁਤ ਜ਼ਿਆਦਾ ਖੁਸ਼ ਹਾਂ, ਕੋਈ ਵਰ ਮੰਗ। ਤੇ ਬੀਬੀ ਭਾਨੀ ਜੀ ਉਸ ਵੇਲੇ ਵਰ ਮੰਗਦੇ ਨੇ, ਸੱਚੇ ਪਾਤਸ਼ਾਹ ਕਿਰਪਾ ਕਰੋ ਗੁਰਿਆਈ ਆਪਣੇ ਘਰ ਦੇ ਵਿੱਚ ਹੀ ਰਵੇ। ਤੇ ਉਸ ਵੇਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਚਨ ਕੀਤਾ, ਸੁਪੁੱਤਰੀ ਇਹ ਕੀ ਵਰ ਮੰਗ ਲਿਆ। ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਣਾ ਕਰਦੇ ਨੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਚਨ ਕੀਤਾ, ਇਹ ਵਸਤੂ ਸੇਵਕ ਕੀ ਆਹਾ। ਇਹ ਵਸਤੂ ਤੇ ਸੁਪੁੱਤਰੀ ਸੇਵਕ ਦੀ ਸੀ। ਬੜੇ ਝਗੜੇ ਹੋਣਗੇ ਪਰ ਛੇਤੀ ਹੀ ਇਹ ਝਗੜੇ ਜਿਹੜੇ ਨੇ ਮੁੱਕ ਜਾਣਗੇ। ਸੋ ਇਹ ਵਰ ਵੀ ਜਿਹੜਾ ਸੀ ਪੂਰਾ ਹੋਣਾ ਸੀ। ਇਸ ਕਰਕੇ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਸੁਪੁੱਤਰ ਨੂੰ, ਛੋਟੇ ਸੁਪੁੱਤਰ ਜਿਹੜਾ ਗੁਰਗੱਦੀ ਦੇ ਲਾਇਕ, ਜਿਸ ਨੂੰ ਸਤਿਗੁਰਾਂ ਨੇ ਸਮਝਿਆ ਤਖਤ ਬਹਿ ਤਖਤੇ ਕੀ ਲਾਇਕ, ਜਦੋਂ ਗੁਰਿਆਈ ਦਾ ਤਿਲਕ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਲਾ ਕੇ ਤੇ ਤਖਤ ਤੇ ਬਿਠਾਇਆ ਤੇ ਵੱਡਾ ਸੁਪੁੱਤਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਉਸੇ ਦਿਨ ਤੋਂ ਹੀ ਇਹਦੇ ਅੰਦਰ ਵਿਖੇਪਤਾ ਦਾ ਜਿਹੜਾ ਬੀਜ ਸੀ ਨਾ, ਅੰਗੂਰ ਮਾਰ ਗਿਆ। ਘਰ ਦੇ ਵਿੱਚ ਬਹੁਤ ਵੱਡਾ ਇਹਨੇ ਕਲਹ ਕਲੇਸ਼ ਕੀਤਾ, ਝਗੜਾ ਕੀਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਨਾਲ ਕਿ ਗੁਰਿਆਈ ਦਾ ਹੱਕ ਮੇਰਾ ਬਣਦਾ ਸੀ। ਵੱਡਾ ਸੁਪੁੱਤਰ ਮੈਂ ਹਾਂ, ਗੁਰਿਆਈ ਦਾ ਤਿਲਕ ਮੈਨੂੰ ਲਾਇਆ ਜਾਣਾ ਸੀ, ਮੇਰੇ ਨਾਲ ਧੱਕਾ ਹੋਇਆ, ਮੇਰੇ ਨਾਲ ਠੀਕ ਨਹੀਂ ਹੋਇਆ, ਝਗੜਾ ਕਰਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਇੱਕ ਪਾਠ ਲਿਖਦੇ ਨੇ ਬਾਬਾ ਪ੍ਰਿਥੀ ਚੰਦ ਨੂੰ ਮੁਖਾਤਿਬ ਕਰਕੇ। ਪਾਤਸ਼ਾਹ ਕਹਿੰਦੇ ਨੇ, ਕਾਹੇ ਪੂਤ ਝਗਰਤ ਹਉ ਸੰਗ ਬਾਪ, ਜਿਨਕੇ ਜਣੇ ਬੜੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ। ਪੁੱਤਰ ਕਿਉਂ ਝਗੜਾ ਕਰਦਾ, ਪਿਤਾ ਦੇ ਨਾਲ ਝਗੜਾ ਕਰਨਾ। ਕਾਹੇ ਪੂਤ ਝਗਰਤ ਹਉ ਸੰਗ ਬਾਪ, ਜਿਨਕੇ ਜਣੇ ਬੜੀਰੇ ਤੁਮ ਹੋ, ਜਿਨ੍ਹਾਂ ਨੇ ਜਣ ਕੇ ਤੈਨੂੰ ਪਾਲ ਪੋਸ ਕੇ ਵੱਡਿਆਂ ਕੀਤਾ, ਉਹਨਾਂ ਦੇ ਨਾਲ ਤਿੰਨ ਸਿਉ ਝਗਰਤ ਪਾਪ, ਉਹਨਾਂ ਦੇ ਨਾਲ ਝਗੜਾ ਕਰਨਾ ਪਾਪ ਆ। ਬਾਬਾ ਪ੍ਰਿਥੀ ਚੰਦ ਝਗੜਾ ਕਰਦਾ ਹੈ ਕਿ ਗੁਰਿਆਈ ਦਾ ਹੱਕ ਮੇਰਾ ਸੀ। ਘਰ ਦੇ ਵਿੱਚ ਹੀ ਕਲਾ ਕਲੇਸ਼, ਝਗੜੇ ਵਾਲਾ ਮਾਹੌਲ, ਦੁਬਦਾ ਵਾਲਾ ਮਾਹੌਲ ਜਿਹੜਾ ਸੀ ਖੜਾ ਹੋ ਗਿਆ। ਇਹ ਦੁਬਦਾ ਜਿਸ ਘਰ ਦੇ ਵਿੱਚ ਹੀ ਪੈਦਾ ਹੋਈ ਹੈ ਨਾ, ਬਹੁਤੇ ਘਰ ਜਿਹੜੇ ਨੇ ਇਸ ਦੁਬਦਾ ਨੇ ਗਾਲ ਕੇ ਰੱਖ ਦਿੱਤੇ ਨੇ। ਜਿੱਥੇ ਜਿੱਥੇ ਵੀ ਇਹ ਦੁਬਦਾ ਪੈਦਾ ਹੋਈ ਹੈ, ਭਰਾਵਾਂ ਤੋਂ ਭਰਾ ਮਰਵਾ ਦਿੱਤੇ ਨੇ ਇਸ ਦੁਬਦਾ ਨੇ। ਮੈਂ ਉੱਥੇ ਇੱਕ ਚੀਜ਼ ਲਿਖੀ ਸੀ, ਬਹੁਤੇ ਘਰ ਗਾਲ ਦਿੱਤੇ ਦੁਬਦਾ ਚੰਦਰੀ ਨੇ, ਬਹੁਤੇ ਘਰ ਗਾਲ ਦਿੱਤੇ ਦੁਬਦਾ ਚੰਦਰੀ ਨੇ, ਬਹੁਤੇ ਘਰ ਗਾਲ ਦਿੱਤੇ ਚੰਦਰੀ ਨੇ, ਬਹੁਤੇ ਘਰ ਗਾਲ ਦਿੱਤੇ ਦੁਬਦਾ ਚੰਦਰੀ ਨੇ, ਬਹੁਤੇ ਘਰ ਗਾਲ ਮਾਂ ਦੁਬਦਾ ਚੰਦਰੀ ਨੇ, ਬਹੁਤੇ ਘਰ ਗਾਲ ਦਿੱਤੇ ਦੁਬਦਾ ਚੰਦਰੀ ਨੇ, ਬਹੁਤੇ ਘਰ ਗਾਲ ਦਿੱਤੇ ਚੰਦਰੀ ਨੇ, ਬਹੁਤੇ ਘਰ ਗਾਲ ਦਿੱਤੇ ਚੰਦਰੀ ਨੇ, ਬਹੁਤੇ ਘਰ ਵਾਸਾ ਜਿਸ ਭਾਂਡੇ ਵਿੱਚ ਤੇਰਾ ਉਸੇ ਨੂੰ ਗਾਲ ਦੇਵੇ, ਕੰਚਨ ਨੂੰ ਵਾਂਗ ਸੁਹਾਗੇ ਹਾਂ ਪਲ ਵਿੱਚ ਤੂੰ ਢਾਲ ਦੇਵੇ, ਸਕਿਆ ਭਰਾਵਾਂ ਦੇ ਤੂੰ ਪਿਆਰ ਨੂੰ ਜਾਲ ਦੇਵੇ, ਹਾਂ ਭਰਾਵਾਂ ਤੋਂ ਭਰਾ ਮਰਵਾਏ, ਦੁਬਦਾ ਚੰਦਰੀ ਨੇ ਬਹੁਤੇ ਘਰ ਗਾਲ ਦਿੱਤੇ, ਦੁਬਦਾ ਚੰਦਰੀ ਨੇ ਬਹੁਤੇ
ਸਾਰੇ ਹੀ ਲੋਕੀ ਜਪਦੇ ਉਹ ਜਿਸ ਦਾ ਨਾਮ ਸੀ, ਤੇਰੇ ਹੀ ਕਰਕੇ ਪਾਂਡਵ ਹੋਏ ਬੇਆਰਾਮ ਸੀ। ਉਹ ਭਰਾਵਾਂ ਤੋਂ ਭਰਾਮਨ ਵਾਏ ਦੁਬਿਧਾ ਚੰਦਰੀ ਨੇ ਬਹੁਤੇ ਕਰ ਜਾਲ ਦਿੱਤੇ। ਦੁਬਿਧਾ ਚੰਦਰੀ ਨੇ ਬਹੁਤੇ ਕਰ ਜਾਲ ਦਿੱਤੇ। ਚੰਦਰੀ ਨੇ ਬਹੁਤੇ ਕਰ ਜਾਲ ਦਿੱਤੇ। ਦੁਬਿਧਾ ਚੰਦਰੀ ਨੇ ਬਹੁਤੇ ਕਰ ਜਾਲ ਦਿੱਤੇ। ਹਾਂ ਦੁਬਿਧਾ ਚੰਦਰੀ ਨੇ, 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 ਦੁਬਿਧਾ ਚੰਦਰੀ ਨੇ ਬਹੁਤੇ ਕਰ ਜਾਲ ਦਿੱਤੇ। 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 ਸਮਾਂ ਥੋੜਾ, ਸਾਰੇ ਬੰਦ ਨਹੀਂ ਪੜਾਂਗਾ। ਘਰ ਦੇ ਵਿੱਚ ਐਸੀ ਦੁਬਿਧਾ ਖੜੀ ਹੋਈ, ਕਲਾ ਕਲੇਸ਼ ਬਣਿਆ ਹੋਇਆ। ਇੱਥੋਂ ਤੱਕ ਕਿ ਪ੍ਰਿਥੀ ਚੰਦ ਨੇ ਜਦੋਂ ਵਡਾਲੀ ਵਿਖੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਕੋਈ ਤਕਰੀਬਨ 7-8 ਸਾਲਾਂ ਬਾਅਦ ਪੁੱਤਰ ਦਾ ਸਾਹਿਬਜ਼ਾਦੇ ਦਾ ਜਨਮ ਹੁੰਦਾ ਹੈ, ਤੇ ਪ੍ਰਿਥੀ ਚੰਦ ਨੇ ਇੱਕ ਦਾਈ ਦੇ ਰਾਹੀਂ ਉਸ ਦਾਈ ਨੂੰ 400 ਰਜਤ ਪਣ ਦੇ ਕੇ ਤੇ ਆਖਿਆ ਕਿ ਇਹ ਸਾਡਾ ਸ਼ਰੀਕ ਜੰਮ ਪਿਆ, ਇਸ ਨੂੰ ਜ਼ਹਿਰ ਦੇ ਕੇ ਮਾਰ ਦੇ। ਮਾਰਨ ਦਾ ਯਤਨ ਕੀਤਾ ਪ੍ਰਿਥੀ ਚੰਦ ਨੇ। ਐਸੀ ਈਰਖਾ, ਐਸੀ ਦੁਬਿਧਾ ਮਨ ਦੇ ਅੰਦਰ, ਘਰ ਦੇ ਵਿੱਚ ਕਲਾ ਕਲੇਸ਼ ਦਾ ਮਾਹੌਲ ਹੋਇਆ। ਕਿ ਮੈਂ ਸੰਖੇਪ ਦੇ ਵਿੱਚ ਬੇਨਤੀਆਂ ਕਰਾਂਗਾ। ਬਾਬਾ ਪ੍ਰਿਥੀ ਚੰਦ ਦਾ ਮਿੱਤਰ ਸੀ ਸੁਲਹੀ ਖਾਨ। ਸੁਲਹੀ ਖਾਨ ਨੇ ਕੀ ਕੀਤਾ, ਜਦੋਂ ਬਾਬਾ ਪ੍ਰਿਥੀ ਚੰਦ ਨੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਦੇ ਵਿੱਚ ਇਹ ਵਿਰਾਸਤੀ ਦਾਅਵਾ ਪੇਸ਼ ਕੀਤਾ ਕਿ ਵੱਡਾ ਪੁੱਤਰ ਮੈਂ ਹਾਂ, ਗੁਰਗੱਦੀ ਦੇ ਉੱਤੇ ਮੇਰਾ ਹੱਕ ਬਣਦਾ ਹੈ, ਗੁਰਿਆਈ ਮੈਨੂੰ ਮਿਲਣੀ ਚਾਹੀਦੀ ਸੀ, ਲੈ ਗਿਆ ਛੋਟਾ। ਤੇ ਬਾਦਸ਼ਾਹ ਜਹਾਂਗੀਰ ਨੇ ਦੀਵਾਨ ਚੰਦੂ ਸ਼ਾਹ ਦੀ ਡਿਊਟੀ ਲਾਈ ਕਿ ਇਹਨਾਂ ਦੇ ਝਗੜੇ ਦਾ ਨਿਪਟਾਰਾ ਕੀਤਾ ਜਾਏ। ਦੀਵਾਨ ਚੰਦੂ ਸ਼ਾਹ ਨੇ ਕੀ ਕੀਤਾ, ਸੁਲਹੀ ਖਾਨ ਦੀ ਡਿਊਟੀ ਲਾਈ, ਭਾਈ ਇਸ ਤਰ੍ਹਾਂ ਕਰੋ, ਇਹਨਾਂ ਦੋਵਾਂ ਦਾ ਬਟਵਾਰਾ ਕਰ ਦਿਓ, ਸੰਗਤ ਵੰਡ ਦਿਓ, ਪਿੰਡ ਵੰਡ ਦਿਓ। ਤੇ ਸੁਲਹੀ ਖਾਨ ਨੇ ਕੀ ਕੀਤਾ, ਮਾਲਵੇ ਦੇ ਵਿੱਚ ਬਾਬਾ ਪ੍ਰਿਥੀ ਚੰਦ ਨੂੰ ਹੇਹਰ ਨਗਰ ਵਾਲੇ ਪਾਸੇ ਪਿੰਡ ਦੇ ਦਿੱਤੇ, ਜੋ ਅੱਜ ਗੁਰੂ ਕਾ ਕੋਠਾ ਨਾਮ ਤੋਂ ਪ੍ਰਸਿੱਧ ਨੇ। ਬਾਬਾ ਪ੍ਰਿਥੀ ਚੰਦ ਉੱਥੇ ਚਲਾ ਗਿਆ, ਜਾ ਕੇ ਉੱਥੇ ਕੋਠੇ ਪਾ ਲਏ, ਇੱਕ ਸਰੋਵਰ ਬਣਾ ਲਿਆ, ਆਪਣੇ ਆਪ ਨੂੰ ਗੁਰੂ ਅਖਵਾਉਂਦਾ। ਏਜੰਟ ਰੱਖੇ ਹੋਏ ਨੇ, ਜਿਹੜੇ ਏਜੰਟ ਪ੍ਰਚਾਰ ਕਰਦੇ ਸਨ ਘਰ ਘਰ ਜਾ ਕੇ ਕਿ ਗੁਰਿਆਈ ਜਿਹੜੀ ਏ ਉਹ ਬਾਬਾ ਪ੍ਰਿਥੀ ਚੰਦ ਨੂੰ ਮਿਲੀ ਹੈ, ਗੁਰ ਅਰਜਨ ਗੁਰੂ ਨਹੀਂ। ਪਹਿਲਾਂ ਵੀ ਜਦੋਂ ਹਰਮੰਦਰ ਸਾਹਿਬ ਰਹਿੰਦਿਆਂ ਬਾਬਾ ਪ੍ਰਿਥੀ ਚੰਦ ਜਿਹੜਾ ਸੀ, ਬੜੀਆਂ ਚਾਲਾਂ ਇਹਨੇ ਖੇਡੀਆਂ। ਜਿੰਨੀ ਵੀ ਸੰਗਤ ਹਰਮੰਦਰ ਸਾਹਿਬ ਆਉਂਦੀ ਸੀ, ਪਦਾਰਥ ਲੈ ਕੇ, ਉਹ ਮਾਇਆ ਧਨ ਪਦਾਰਥ ਬਸਤਰ ਆਦਿਕ ਜੋ ਸੀ ਬਾਬਾ ਪ੍ਰਿਥੀ ਚੰਦ ਸਾਂਭ ਲੈਂਦਾ ਸੀ, ਤੇ ਪ੍ਰਸ਼ਾਦਾ ਛਕਣ ਵਾਸਤੇ ਉਹਨਾਂ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਕੋਲ ਭੇਜ ਦਿੰਦਾ ਸੀ ਕਿ ਪ੍ਰਸ਼ਾਦਾ ਉਧਰੋਂ ਛਕੋ ਜਾ ਕੇ। ਇਸ ਤਰ੍ਹਾਂ ਦਾ ਇਹਦਾ ਵਤੀਰਾ ਸੀ। ਪਰ ਧੰਨ ਹਨ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਐਸੇ ਯਤਨ ਕੀਤੇ। ਭਾਈ ਗੁਰਦਾਸ ਜੀ ਦੇ ਯਤਨਾਂ ਦੇ ਸਦਕਾ ਬਾਬਾ ਪ੍ਰਿਥੀ ਚੰਦ ਦੇ ਸਾਰੇ ਮਨਸੂਬੇ ਜਿਹੜੇ ਸਨ ਉਹਨਾਂ ਦੇ ਉੱਤੇ ਪਾਣੀ ਫਿਰ ਗਿਆ। ਹੁਣ ਇਹ ਮਾਲਵੇ ਦੇ ਵਿੱਚ ਹੇਹਰ ਨਗਰ ਦੇ ਵਿੱਚ ਕੋਠੇ ਪਾ ਕੇ ਬੈਠਾ ਹੈ, ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ, ਚੌਰ ਇਹਦੇ ਉੱਤੇ ਝੁਲਦਾ ਹੈ, ਏਜੰਟ ਇਹਨੇ ਰੱਖੇ ਹੋਏ ਨੇ, ਇਹਨਾਂ ਦਾ ਪ੍ਰਚਾਰ ਕਰਦੇ ਨੇ। ਦੂਸਰੇ ਪਾਸੇ ਕੀ ਹੋਇਆ, ਬਾਦਸ਼ਾਹ ਜਹਾਂਗੀਰ ਦਾ ਦੀਵਾਨ ਚੰਦੂ ਸ਼ਾਹ, ਜਿਹਦੇ ਮਨ ਦੇ ਅੰਦਰ ਆਪਣੇ ਰੁਤਬੇ ਦਾ, ਆਪਣੇ ਧਨ ਦੌਲਤ ਦਾ ਬਹੁਤ ਜ਼ਿਆਦਾ ਅਹੰਕਾਰ,
कि मेरी कुल बड़ी उच्ची है, मैं बादशाह जहांगीर दा दीवान आ, मेरे कोल धन पदार्थ बहुत ज्यादा है, मेरा रुतबा बड़ा उच्चा है। हंकार दे नाल फुੱਲਿਆ होया। ਇਹੋ ਜਿਹੇ ਜਿਹੜੇ ਮਨੁੱਖ ਹੰਕਾਰ ਦੇ ਨਾਲ ਫੁੱਲੇ ਹੋਏ ਨੇ ਨਾ, ਉਹਨਾਂ ਨੂੰ ਗੁਰੂ ਜੀ ਗੁਰਬਾਣੀ ਵਿੱਚ ਸਮਝਾਉਣਾ ਕਰਦੇ ਨੇ, ਬੰਦਿਆ ਕਿਉਂ ਹੰਕਾਰ ਦੇ ਨਾਲ ਫੁੱਲਿਆ ਫਿਰਦਾ ਕਾਹੇ ਭਈਆ ਫਿਰ ਤੋਂ ਫੂਲਿਆ जब 10 मास उर्दमुख रहता सो दिन कैसे भूलिया। ਉਹ ਦਿਨ ਤੈਨੂੰ ਕਿਸ ਤਰ੍ਹਾਂ ਭੁੱਲ ਗਏ ਜਦੋਂ ਤੂੰ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਹੋਇਆ ਸੀ। ਹੁਣ ਤੂੰ ਹੰਕਾਰ ਕਰਦਾ, ਮੈਂ ਮੈਜਿਸਟ੍ਰੇਟ ਬਣ ਗਿਆ, ਮੈਂ ਵਕੀਲ ਬਣ ਗਿਆ, ਮੈਂ ਜੱਜ ਬਣ ਗਿਆ, ਮੈਂ ਫਲਾਣਾ ਬਣ ਗਿਆ, ਮੈਂ ਢਿਮਕਾ ਬਣ ਗਿਆ। ਗੁਰੂ ਜੀ ਗੁਰਬਾਣੀ ਵਿੱਚ ਲਿਖਦੇ ਨੇ, ਬੰਦਿਆ ਤੇਰਾ ਇਹ ਅਹੰਕਾਰ ਜਿਹੜਾ ਹੈ ਪਰਮੇਸ਼ਰ ਨੂੰ ਭਾਉਂਦਾ ਨਹੀਂ। हर जीओ अहंकार ना भावई वेद कूक सुनाव है। वेद जेड़े ने वो पुकारा कर करके कह रहे ने, बंदिया तेरा हंकार परमेश्वर नू गुरु नू भाउंदा नहीं। की कहंदे ने वेद, ओ तेरा मान ना गुरां नू भावे, वेद ने पुकार कर दे मान ना गुरां नू भावे, वेद ने पुकार कर दे तेरा वेद जड़े ने पुकारा कर करके कह रहे ने, बंदिया हंकार ना कर। ये दीवान चंदू शाह जिहड़ा सी हंकार दे नाल फुੱਲਿਆ होया, अपने पंडितां नूं बुलाउंदा है। पंडितां नूं बुला के आखन लगा कि मेरी कन्या वास्ते, मेरी लड़की वास्ते कोई इहो जिहा वर लभो जिहदी कुल बहुत उच्ची होवे, ਜਿਹਦੇ ਕੋਲ ਧਨ ਪਦਾਰਥ ਬਹੁਤ ਜ਼ਿਆਦਾ ਹੋਵੇ ਤੇ ਜਿਹੜਾ ਵੇਖਣ ਵਿੱਚ ਵੀ ਬਹੁਤ ਜ਼ਿਆਦਾ ਸੁੰਦਰ ਹੋਵੇ। ਇਹ ਤਿੰਨੇ ਗੱਲਾਂ ਉਹਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਆਖਰ ਮੈਂ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਆ। ਇਹ ਦੀਵਾਨ ਚੰਦੂ ਸ਼ਾਹ ਦੇ ਪੰਡਤ ਜਿਹੜੇ ਸਨ ਸਾਰੇ ਪੰਜਾਬ ਦੇ ਵਿੱਚ ਫਿਰਨ ਲੱਗੇ, ਪਰ ਕੋਈ ਘਰ ਇਸ ਤਰ੍ਹਾਂ ਦਾ ਨਾ ਲੱਭਾ ਜਿਹਦੇ ਵਿੱਚ ਇਹ ਤਿੰਨੇ ਗੱਲਾਂ ਜਿਹੜੀਆਂ ਹਨ ਉਹ ਹੋਣ। ਜੇ ਕੋਈ ਵਰ ਲੱਭਦਾ ਸੀ ਜਿਹਦੇ ਕੋਲ ਧਨ ਪਦਾਰਥ ਜ਼ਿਆਦਾ ਹੁੰਦਾ ਸੀ, ਉਹਦੀ ਕੁੱਲ ਉੱਚੀ ਨਹੀਂ ਸੀ ਹੁੰਦੀ, ਜਿਹਦੀ ਕੁੱਲ ਉੱਚੀ ਹੁੰਦੀ ਸੀ ਉਹ ਸੁੰਦਰ ਨਹੀਂ ਸੀ ਹੁੰਦਾ। ਤਿੰਨੇ ਗੱਲਾਂ ਜਿਹੜੀਆਂ ਸਨ ਕਿਤੇ ਵੀ ਨਾ ਇਹਨਾਂ ਨੂੰ ਲੱਭੀਆਂ। ਬੜੇ ਪਰੇਸ਼ਾਨ ਹੋਏ। ਆਖਰ ਇਹ ਸਾਰਾ ਇਲਾਕਾ ਘੁੰਮਦੇ ਜਿਸ ਵੇਲੇ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਪਹੁੰਚੇ ਤੇ ਇਹਨਾਂ ਨੂੰ ਪਤਾ ਲੱਗਾ ਕਿ ਇੱਥੇ गुरु नानक देव सच्चे पातशाह दी गद्दी दे मालक गुरु अर्जन देव सच्चे पातशाह सुभाएमान ने। उन्हां दी कुल बड़ी उच्ची है, सोटियां दी कुल आ, धन पदार्थ बहुत ज्यादा है ते उन्हां दा साहिबजादा हरगोबिंद बहुत ज्यादा सुंदर है, जवान है, सुडौल है। इन्हां ने जाके गुरु अर्जन देव सच्चे पातशाह नूं बेनती कीती, महाराज ਅਸੀਂ ਬਾਦਸ਼ਾਹ ਜਹਾਂਗੀਰ ਦੇ ਦੀਵਾਨ ਚੰਦੂ ਸ਼ਾਹ ਦੀ ਕੰਨਿਆ ਦਾ ਰਿਸ਼ਤਾ ਸਾਕ ਜਿਹੜਾ ਤੁਹਾਡੇ ਸਾਹਿਬਜ਼ਾਦੇ ਨਾਲ ਕਰਨਾ ਚਾਹੁੰਦੇ। ਤੁਹਾਡੇ ਕੋਲ ਤਿੰਨੇ ਗੱਲਾਂ ਜਿਹੜੀਆਂ ਨੇ ਉਹ ਮੌਜੂਦ ਨੇ।
ਤੁਹਾਡੇ ਕੋਲ ਧਨ ਪਦਾਰਥ ਬਹੁਤ ਜ਼ਿਆਦਾ ਹੈ, ਤੁਹਾਡੀ ਕੁਲ ਬੜੀ ਉੱਚੀ ਹੈ, ਸੋਢੀਆਂ ਦੀ ਖੱਤਰੀਆਂ ਦੀ ਕੁਲ ਆ, ਤੇ ਤੁਹਾਡਾ ਸਾਹਿਬਜ਼ਾਦਾ ਵੀ ਬਹੁਤ ਜ਼ਿਆਦਾ ਸੁੰਦਰ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਪੰਡਤਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਬੇਨਤੀ ਪ੍ਰਵਾਨ ਕਰ ਲਈ, ਕਿਉਂਕਿ ਸਾਡੇ ਸਮਾਜ ਦਾ ਇੱਕ ਰਿਵਾਜ ਸੀ, ਪੰਡਤ ਜਿਹੜੇ ਸਨ ਸਮਾਜ ਦੇ ਆਗੂ ਸਨ, ਇਹਨਾਂ ਦੀ ਗੱਲ ਨੂੰ ਮੰਨਿਆ ਜਾਂਦਾ ਸੀ, ਪੰਡਤਾਂ ਨੂੰ ਮਾਨਤਾ ਦਿੱਤੀ ਜਾਂਦੀ ਸੀ, ਇਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਸੀ। ਇਹ ਪੰਡਤ ਜਦੋਂ ਸਾਖ ਪੱਕਾ ਕਰਕੇ ਗੱਲਬਾਤ ਕਰਕੇ ਤੇ ਦੀਵਾਨ ਚੰਦੂ ਸ਼ਾਹ ਦੇ ਕੋਲ ਵਾਪਸ ਪਹੁੰਚਦੇ ਨੇ, ਤੇ ਜਾ ਕੇ ਜਦੋਂ ਪਹੁੰਚੇ ਤੇ ਦੀਵਾਨ ਚੰਦੂ ਸ਼ਾਹ ਨੇ ਪੁੱਛਿਆ, ਆਓ ਪੰਡਤੋ, ਕਿਸ ਤਰ੍ਹਾਂ ਦਾ ਵਰ ਮੇਰੀ ਕੰਨਿਆ ਵਾਸਤੇ ਲੱਭ ਕੇ ਆਏ ਹੋ, ਮੈਨੂੰ ਦੱਸੋ ਉਹਦੀ ਕੁੱਲ ਕਿੰਨੀ ਕੁ ਉੱਚੀ ਹੈ, ਉਹ ਕਿਹੋ ਜਿਹਾ ਵੇਖਣ ਦੇ ਵਿੱਚ, ਕਿੰਨਾ ਕੁ ਧਨ ਪਦਾਰਥ ਹੈ ਉਹਦੇ ਕੋਲ। ਪੰਡਤ ਬੇਨਤੀ ਕਰਨ ਲੱਗੇ, ਦੀਵਾਨ ਜੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਗੱਦੀ ਦੇ ਮਾਲਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਹਰਗੋਬਿੰਦ ਦੇ ਨਾਲ ਤੁਹਾਡੀ ਲੜਕੀ ਦਾ ਸਾਥ ਕਰਕੇ ਆਏ ਆ। ਉਹਨਾਂ ਦੀ ਕੁੱਲ ਬੜੀ ਉੱਚੀ ਹੈ, ਧਨ ਪਦਾਰਥ ਦਾ ਕੋਈ ਘਾਟਾ ਨਹੀਂ, ਸਾਹਿਬਜ਼ਾਦਾ ਬਹੁਤ ਜ਼ਿਆਦਾ ਸੁੰਦਰ ਹੈ, ਜਵਾਨ ਹੈ। ਜਦੋਂ ਇਹ ਗੱਲ ਦੀਵਾਨ ਚੰਦੂ ਸ਼ਾਹ ਨੇ ਸੁਣੀ ਤੇ ਸੱਤੀ ਕੱਪੜੀ ਅੱਗ ਲੱਗ ਗਈ। ਆਖਣ ਲੱਗਾ, ਫਕੀਰਾਂ ਦੇ ਘਰ ਮੇਰੀ ਲੜਕੀ ਦਾ ਡੋਲਾ ਦੇ ਆਏ ਹੋ, ਸਾਥ ਕਰ ਆਏ ਹੋ, ਉਹ ਕੋਈ ਮੇਰੀ ਬਰਾਬਰੀ ਦਾ ਘਰ ਤੇ ਵੇਖ ਲੈਂਦੇ, ਚੁਬਾਰੇ ਦੀ ਇੱਟ ਤੁਸੀਂ ਮੋਰੀ ਨੂੰ ਲਾ ਆਏ ਹੋ। ਕੀ ਹੋਇਆ ਜੇ ਦੋ ਚਾਰ ਬੰਦੇ ਗੁਰੂ ਅਰਜਨ ਨੂੰ ਮੱਥਾ ਟੇਕਦੇ ਨੇ, ਹੈ ਤੇ ਆਖਰ ਫਕੀਰ ਹੀ ਹੈ ਨਾ, ਫਕੀਰਾਂ ਦੇ ਘਰ ਮੇਰੀ ਲੜਕੀ ਦਾ ਸਾਥ ਕਰਕੇ ਆ ਗਏ ਹੋ, ਚੰਗਾ ਨਹੀਂ ਕੀਤਾ ਤੁਸੀਂ। ਦੀਵਾਨ ਚੰਦੂ ਸ਼ਾਹ ਗੁਰੂ ਘਰ ਦੀ ਸ਼ਾਨ ਦੇ ਖਿਲਾਫ ਮਾੜੇ ਬੋਲ ਕਬੋਲ ਬੋਲਦਾ, ਨਿੰਦਿਆ ਕਰਦਾ, ਗੁਰੂ ਘਰ ਦੀ ਸਤਿਗੁਰਾਂ ਦੀ ਨਿੰਦਿਆ ਕਰਦਾ। ਗੁਰੂ ਜੀ ਗੁਰਬਾਣੀ ਵਿੱਚ ਇਹੋ ਜਿਹੇ ਨਿੰਦਕ ਵਾਸਤੇ ਪਾਠ ਲਿਖਦੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮਹਿ ਹੋਇਆ, ਨਰਕ ਘੋਰ ਦੁਖ ਖੂਹ ਹੈ, ਉਥੇ ਪਕੜ ਉਹ ਢੋਇਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੁਖਮਣੀ ਸਾਹਿਬ ਦੇ ਵਿੱਚ 13ਵੀਂ ਅਸ਼ਟਪਦੀ ਇਸੇ ਗੱਲ ਦੇ ਉੱਤੇ ਉਹਨਾਂ ਨੇ ਉਚਾਰਨ ਕਰ ਦਿੱਤੀ ਸਾਰੀ। ਸੰਤਨ ਕੇ ਦੁਖਨ ਆਰਜਾ ਕਟੈ, ਸੰਤ ਕੀ ਨਿੰਦਾ, ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਜਿਹੜਾ ਨਿੰਦਿਆ ਕਰਦਾ ਨੂੰ ਕਿਹੜੇ ਕਿਹੜੇ ਦੁੱਖ ਲੱਗਦੇ ਨੇ, ਪਾਪ ਲੱਗਦੇ ਨੇ, ਸਾਰੀ ਅਸ਼ਟਪਦੀ ਪੜ੍ਹ ਕੇ ਵੇਖੋ। ਸਤਿਗੁਰੂ ਜੀ ਕਹਿੰਦੇ ਨੇ, ਸੰਤ ਸਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਅਗਲੀ ਪੰਕਤੀ ਵਿੱਚ ਗੁਰੂ ਜੀ ਕੀ ਆਂਦੇ ਨੇ, ओ जी संत की निंदा नानका बहर बहर अवतार, संत की निंदा नानका बहर बहर नानका बहर बहर अवतार। दीवान चंदू शाह जदों इस तरह निंदिया करदा है
ਆਪਣੇ ਪੰਡਤਾਂ ਨੂੰ ਆਖਣ ਲੱਗਾ ਕਿ ਤੁਹਾਡੀ ਗੱਲ ਨੂੰ ਹੁਣ ਮੈਂ ਟਾਲ ਨਹੀਂ ਸਕਦਾ, ਤੁਸੀਂ ਬ੍ਰਾਹਮਣ ਹੋ, ਜੋ ਕਰਕੇ ਆਏ ਹੋ ਚਲੋ ਠੀਕ ਹੈ, ਜਾਓ ਜਾ ਕੇ ਗੁਰੂ ਅਰਜਨ ਦੇਵ ਦੇ ਸਾਹਿਬਜ਼ਾਦੇ ਹਰਗੋਬਿੰਦ ਨੂੰ ਸਗਾਈ ਦਾ ਤਿਲਕ ਲਾਓ, ਸ਼ਗਨ ਲੈ ਜਾਓ। ਇਹ ਪੰਡਤ ਜਿਹੜੇ ਸਨ ਸ਼ਗਨ ਦਾ ਸਮਾਨ ਲੈ ਕੇ ਤੁਰ ਪਏ। ਉਧਰ ਦਿੱਲੀ ਦੀ ਸਾਧ ਸੰਗਤ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਦੀਵਾਨ ਚੰਦੂ ਸ਼ਾਹ ਨੇ ਗੁਰੂ ਘਰ ਦੀ ਸ਼ਾਨ ਦੇ ਖਿਲਾਫ ਮਾੜੇ ਬੋਲ ਬੋਲੇ ਨੇ, ਆਪ ਸ਼ਬਦ ਵਰਤੇ ਨੇ ਇਹਨੇ ਸਤਿਗੁਰਾਂ ਵਾਸਤੇ। ਇੱਕ ਚਿੱਠੀ ਦੇ ਵਿੱਚ ਸਾਰਾ ਹਾਲ ਲਿਖ ਕੇ ਤੇ ਇੱਕ ਸਿੱਖ ਨੂੰ ਹਰਮੰਦਰ ਸਾਹਿਬ ਵੱਲ ਨੂੰ ਤੋਰਿਆ ਤੇ ਆਖਿਆ ਛੇਤੀ ਜਾ, ਕਿਤੇ ਉਹ ਪੰਡਤ ਜਿਹੜੇ ਨੇ ਉਹ ਸਗਾਈ ਦਾ ਤਿਲਕ ਨਾ ਲਾ ਦੇਣ ਹਰਗੋਬਿੰਦ ਨੂੰ। ਇਹ ਪੰਡਤ ਉੱਥੇ ਪਹੁੰਚਦੇ ਨੇ, ਸ਼ਗਨ ਦੇ ਸਾਰੇ ਕਾਰ ਵਿਹਾਰ ਹੋ ਰਹੇ ਨੇ। ਜਿਸ ਤਰ੍ਹਾਂ ਹੀ ਉਹ ਪੰਡਤ ਜਿਹੜੇ ਸਨ ਸਗਾਈ ਦਾ ਤਿਲਕ ਲਾਉਣ ਲੱਗੇ ਨੇ, ਇਹ ਸਿੱਖ ਪਹੁੰਚਿਆ ਦਰਬਾਰ ਦੇ ਵਿੱਚ ਜਾ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਪਹਿਲਾਂ ਆ ਚਿੱਠੀ ਪੜ੍ਹ ਲਓ, ਬਾਕੀ ਦੇ ਸ਼ਗਨ ਵਿਹਾਰ ਫੇਰ ਕਰਿਆ ਜੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਚਿੱਠੀ ਨੂੰ ਪੜ੍ਹਿਆ। ਉਹ ਸਾਰਾ ਹਾਲ ਚਿੱਠੀ ਦੇ ਵਿੱਚ ਲਿਖਿਆ ਸੀ, ਕਿਸ ਤਰ੍ਹਾਂ ਦੀਵਾਨ ਚੰਦੂ ਸ਼ਾਹ ਨੇ ਗੁਰੂ ਘਰ ਦੀ ਸ਼ਾਨ ਦੇ ਖਿਲਾਫ ਮਾੜੇ ਬੋਲ ਬੋਲੇ, ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੋਹਰੀ ਦੱਸਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਿੱਲੀ ਦੀ ਸੰਗਤ ਦੀ ਅਰਜ਼ ਮੰਨ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹ ਰਿਸ਼ਤਾ, ਇਹ ਸਾਕ ਜਿਹੜਾ ਸੀ ਇਹ ਠੁਕਰਾ ਦਿੱਤਾ, ਇਹ ਸਵੀਕਾਰ ਕਰ ਦਿੱਤਾ। ਪੰਡਤ ਵਾਪਸ ਆ ਗਏ ਤੇ ਜਦੋਂ ਪੰਡਤ ਵਾਪਸ ਆਏ ਦੀਵਾਨ ਚੰਦੂ ਸ਼ਾਹ ਨੂੰ ਪਤਾ ਲੱਗਾ, ਸੱਤੀ ਕਪੜੀ ਇਹਨੂੰ ਅੱਗ ਲੱਗ ਗਈ ਕਿ ਮੇਰਾ ਇੰਨਾ ਅਪਮਾਨ, ਮੇਰੀ ਇੰਨੀ ਬੇਇੱਜ਼ਤੀ, ਮੈਂ ਬਾਦਸ਼ਾਹ ਦਾ ਦੀਵਾਨ, ਮੇਰੀ ਕੁੱਤੇ ਜਿੰਨੀ ਕਦਰ ਨਹੀਂ ਕੀਤੀ ਗੁਰੂ ਅਰਜਨ ਨੇ, ਮੈਂ ਆਪਣੀ ਇਸ ਬੇਇੱਜ਼ਤੀ ਦਾ ਬਦਲਾ ਜ਼ਰੂਰ ਲੈ ਕੇ ਰਵਾਂਗਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਇਹ ਰਿਸ਼ਤਾ ਸਾਕ ਮੋੜ ਦਿੱਤਾ ਤੇ ਉਸੇ ਵੇਲੇ ਸੰਗਤ ਦੇ ਵਿੱਚੋਂ ਦੋ ਸਿੱਖਾਂ ਨੇ ਉੱਠ ਕੇ, ਗਰੀਬ ਸਿੱਖ ਸਨ, ਖਲੋ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੀਆਂ ਲੜਕੀਆਂ ਆਪ ਜੀ ਦੇ ਸਾਹਿਬਜ਼ਾਦੇ ਵਾਸਤੇ ਹਾਜ਼ਰ ਨੇ। ਤੇ ਉਸੇ ਦਿਨ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਡੇ ਵਾਂਗ ਇਹ ਨਹੀਂ ਸੀ ਵੇਖਿਆ ਕਿ ਇਹਨਾਂ ਦੇ ਕੋਲ ਧਨ ਕਿੰਨਾ ਹੈ, ਇਹਨਾਂ ਕੋਲ ਜ਼ਮੀਨ ਕਿੰਨੀ ਹੈ, ਇਹਨਾਂ ਦੇ ਕੋਲ ਕੋਠੀਆਂ ਕਾਰਾਂ ਕਿੰਨੀਆਂ ਨੇ, ਇਹ ਕਿੰਨਾ ਕੁ ਪੈਸਾ ਕਮਾਉਂਦੇ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੇਵਲ ਸਿੱਖੀ ਨੂੰ ਮੁੱਖ ਰੱਖਿਆ ਤੇ ਇੱਕੋ ਦਿਨ ਦੋ ਸਗਾਈਆਂ ਗਰੀਬ ਪਰਿਵਾਰ ਦੇ ਸਿੱਖਾਂ ਦੀਆਂ ਲੜਕੀਆਂ ਨੂੰ ਪ੍ਰਵਾਨ ਕਰਕੇ ਦੋ ਸਗਾਈਆਂ ਇੱਕੋ ਦਿਨ ਕੀਤੀਆਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਆਪਣੇ ਸਾਹਿਬਜ਼ਾਦੇ। ਵੱਡਾ ਮੇਲਾ ਹੋਇਆ, ਮਾਤਾ ਗੰਗਾ ਜੀ ਨੇ ਥਾਲ ਭਰ ਕੇ ਗਰੀਬਾਂ ਨੂੰ ਦਾਨ ਦਿੱਤੇ, ਬਹੁਤ ਮੇਲਾ ਭਰਿਆ। ਤੇ ਜਦੋਂ ਇਹ ਗੱਲ ਬਾਬਾ ਪ੍ਰਿਥੀ ਚੰਦ ਦੇ ਕੰਨਾਂ ਦੇ ਵਿੱਚ ਪਈ ਨਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਵਡਿਆਈ ਸੋਭਾ ਸੁਣ ਨਾ ਸਕਿਆ। ਸਤਸੰਗੀ ਜਨੋ, ਆਪਣੇ ਕੋਲੋਂ ਪੈਸਾ ਕਿਸੇ ਕੋਲ ਜ਼ਿਆਦਾ ਹੋਵੇ ਨਾ, ਬੰਦਾ ਉਹ ਤੇ ਜਰ ਲੈਂਦਾ, ਪਰ ਆਪਣੇ ਨਾਲੋਂ ਸੋਭਾ ਕਿਸੇ ਦੀ ਜ਼ਿਆਦਾ ਹੁੰਦੀ ਹੋਵੇ, ਬੰਦੇ ਕੋਲੋਂ ਉਹ ਜਰਨੀ ਬੜੀ ਔਖੀ ਹੋ ਜਾਂਦੀ। ਬਾਬਾ ਪ੍ਰਿਥੀ ਚੰਦ ਨੇ ਕੀ ਕੀਤਾ, ਆਪਣੇ ਮਿੱਤਰ ਸੁਲਹੀ ਖਾਨ ਨੂੰ ਚਿੱਠੀ ਲਿਖੀ, ਸੁਲਹੀ ਖਾਨ ਤੇਰੇ ਹੁੰਦਿਆਂ ਹੋਇਆ ਮੇਰਾ ਦੁਸ਼ਮਣ ਜਿਉਂਦਾ ਹੈ, ਤੂੰ ਕੋਈ ਹੀਲਾ ਕਰ, ਮੇਰਾ ਸੰਤਾਪ ਦੂਰ ਕਰ। ਸੁਲਹੀ ਖਾਨ ਜਿਹੜਾ ਝੂਠੀਆਂ ਸ਼ਿਕਾਇਤਾਂ ਬਾਦਸ਼ਾਹ ਜਹਾਂਗੀਰ ਨੂੰ ਕਰਦਾ ਤੇ ਫੌਜ ਲੈ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੱਲ ਚੱਲ ਪਿਆ। ਤੇ ਜਦੋਂ ਇਹ ਗੱਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸੁਲਹੀ ਖਾਨ ਤੁਹਾਨੂੰ ਮਾਰਨ ਵਾਸਤੇ ਆ ਰਿਹਾ, ਫੌਜਾਂ ਲੈ ਕੇ ਚੜ ਆਇਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਉਹ ਮੇਰੇ ਤੱਕ ਪਹੁੰਚੇਗਾ ਤੇ ਤਾਂ ਹੀ ਉਹ ਮੈਨੂੰ ਮਾਰੇਗਾ, ਨਹੀਂ ਉਹਨੇ ਤੇ ਰਾਹ ਦੇ ਵਿੱਚ ਹੀ ਮਰ ਜਾਣਾ। ਇਹ ਸੁਲਹੀ ਖਾਨ ਜਿਸ ਵੇਲੇ ਬਾਬਾ ਪ੍ਰਿਥੀ ਚੰਦ ਦੇ ਕੋਲ ਗਿਆ ਤੇ ਪ੍ਰਿਥੀ ਚੰਦ ਆਪਣੇ ਇੱਟਾਂ ਦੇ ਆਵੇ ਜਿਹੜੇ ਸਨ ਇਸ ਨੂੰ ਵਿਖਾਉਣ ਲੈ ਗਿਆ। ਘੋੜਿਆਂ ਦੇ ਉੱਤੇ ਦੋਵੇਂ ਸਵਾਰ ਨੇ, ਸੁਲਹੀ ਖਾਨ ਦੇ ਘੋੜੇ ਦੇ ਅੱਗੋਂ ਦੀ ਕੋਈ ਜਾਨਵਰ ਲੰਘਦਾ ਹੈ, ਘੋੜਾ ਬੇਕਾਬੂ ਹੋ ਜਾਂਦਾ, ਇੱਟਾਂ ਦੇ ਆਵੇ ਦੇ ਉੱਤੇ ਚੜ ਜਾਂਦਾ ਹੈ ਤੇ ਇੱਟਾਂ ਦਾ ਆਵਾ ਜਿਹੜਾ ਸੀ ਥੱਲੇ ਧੱਸ ਗਿਆ ਤੇ ਸਣੇ ਘੋੜੇ ਜਿਹੜਾ ਸੀ ਸੁਲਹੀ ਖਾਨ ਸੜ ਕੇ ਮਰ ਗਿਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਬਾਣੀ ਵਿੱਚ ਪਾਠ ਆਉਂਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਉਹ ਸੁਲਹੀ ਖਾਨ ਜਿਹੜਾ ਸੀ ਨਾਪਾਕ ਹੋ ਕੇ ਮਰ ਗਿਆ, ਕਿਉਂਕਿ ਮੁਸਲਮਾਨਾਂ ਦੇ ਵਿੱਚ ਜਦੋਂ ਬੰਦਾ ਮਰ ਜਾਂਦਾ ਹੈ ਉਹਨੂੰ ਦਫਨਾਇਆ ਜਾਂਦਾ, ਸਾੜਿਆ ਨਹੀਂ ਜਾਂਦਾ,
ਉਹਨਾਂ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਮੁਸਲਮਾਨ ਹੋ ਕੇ ਸੜਦਾ ਹੈ ਨਾ ਉਹ ਨਾਪਾਕ ਹੈ, ਉਹ ਅਪਵਿੱਤਰ ਆ, ਉਹ ਗੰਦਾ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਇਉਂ ਕਰਕੇ, ਹਾਂਜੀ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਤੇ ਨਾਰਾਇਣ ਰਾਖ, ਹਾਂ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, 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 ਓ ਸੁਲਹੀ ਹੋਏ ਮੁਆ ਨਾ ਮਾਰ, ਸੁਲਹੀ ਹੋਏ ਮੁਆ ਨਾ ਮਾਰ, ਸੁਲਹੀ ਹੋਏ ਮੁਆ ਨਾ ਮਾਰ, ਸੁਲਹੀ ਹੋਏ ਮੁਆ ਨਾ ਪਾਰ, ਸੁਲਹੀ ਹੋਏ ਮੁਆ ਨਾ ਮਾਰ, 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 ਸੁਲਹੀ ਤੇ ਨਾਰਾਇਣ ਰਾਖ, 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 ਸੁਲਹੀ ਕਾ ਹਾਥ ਕहीं ਨਾ ਪਹੁੰਚੈ, ਸੁਲਹੀ ਹੋਏ ਮੁਆ ਨਾ ਪਾਕ, ਨਾਪਾਕ ਹੋ ਕੇ ਮਰ ਗਿਆ, ਸੜ ਕੇ ਮਰਿਆ। ਤੇ ਜਦੋਂ ਸੁਲਹੀ ਖਾਨ ਮਰ ਜਾਂਦਾ ਹੈ ਤੇ ਬਾਬਾ ਪ੍ਰਿਥੀ ਚੰਦ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਫਿਰ ਦੁਹੱਥੜੇ ਮਾਰ ਕੇ ਰੋਂਦਾ, ਪਿੱਟਦਾ ਹੈ ਕਿ ਮੇਰਾ ਮਿੱਤਰ ਮਰ ਗਿਆ। ਸੁਲਹੀ ਖਾਨ ਮਰ ਜਾਂਦਾ ਰਸਤੇ ਦੇ ਵਿੱਚ। ਤੇ ਦੂਸਰੇ ਪਾਸੇ ਜਦੋਂ ਬਾਦਸ਼ਾਹ ਅਕਬਰ ਮਰਦਾ ਤੇ ਬਾਦਸ਼ਾਹ ਅਕਬਰ ਜਿਹੜਾ ਸੀ ਨਾ, ਇਹ ਆਪਣੇ ਪੋਤਰੇ ਖੁਸਰੋ ਨੂੰ ਤਖਤ ਤੇ ਬਿਠਾਉਣਾ ਚਾਹੁੰਦਾ ਸੀ, ਕਿਉਂਕਿ ਇਹਦਾ ਪੁੱਤਰ ਸੀ ਨਾ ਜਿਹੜਾ ਜਹਾਂਗੀਰ, ਜਿਸ ਨੂੰ ਸਲੀਮ ਸੀ ਜਿਹਦਾ ਬਚਪਨ ਦਾ ਨਾਮ, ਬਾਅਦ ਦੇ ਵਿੱਚ ਇਹਨੇ ਆਪਣਾ ਨਾਮ ਜਹਾਂਗੀਰ ਰੱਖਿਆ। ਜਹਾਂਗੀਰ ਦਾ ਮਤਲਬ ਹੈ ਗੀਰ ਮਾਨੇ ਮੁੱਠੀ, ਤੇ ਜਹਾਨ ਸਾਰੀ ਦੁਨੀਆ, ਸਾਰਾ ਜਹਾਨ ਜਿਹਦੀ ਮੁੱਠੀ ਦੇ ਵਿੱਚ ਆ। ਬਹੁਤ ਜ਼ਿਆਦਾ ਅਯਾਸ਼ ਪ੍ਰਵਿਰਤੀ ਦਾ ਇਹ ਬੰਦਾ ਸੀ। ਇਸ ਕਰਕੇ ਅਕਬਰ ਜਿਹੜਾ ਸੀ ਨਾ, ਉਹ ਗੱਦੀ ਤੇ ਤਖਤ ਤੇ ਆਪਣੇ ਪੋਤਰੇ ਖੁਸਰੋ ਨੂੰ ਬਿਠਾਉਣਾ ਚਾਹੁੰਦਾ ਸੀ। ਇਹ ਉਸ ਵੇਲੇ ਦਿੱਲੀ ਸੀ, ਧੱਕੇ ਦੇ ਨਾਲ ਤਖਤ ਦੇ ਉੱਤੇ ਬੈਠ ਗਿਆ ਜਹਾਂਗੀਰ। ਆਖਣ ਲੱਗਾ ਕਿ ਮੇਰੇ ਪਿਤਾ ਅਕਬਰ ਨੇ ਇਸਲਾਮ ਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ, ਅਕਬਰ ਨੇ ਬਹੁਤ ਵਧੀਆ ਰਾਜ ਕੀਤਾ ਸੀ। ਅਕਬਰ ਦੇ ਦਰਬਾਰ ਦੇ ਵਿੱਚ ਜਿੱਥੇ ਮੁਸਲਮਾਨ ਦਰਬਾਰੀ ਸਨ, ਉਹਦੇ ਦਰਬਾਰ ਦੇ ਵਿੱਚ ਹਿੰਦੂ ਵੀ ਦਰਬਾਰੀ ਸਨ। ਬੜਾ ਵਧੀਆ ਉਹਨੇ ਰਾਜ ਕੀਤਾ। ਪਰ ਜਿਸ ਵੇਲੇ ਜਹਾਂਗੀਰ ਤਖਤ ਤੇ ਬੈਠਾ, ਆਖਣ ਲੱਗਾ ਕਿ ਹੁਣ ਮੈਂ ਇਸਲਾਮ ਦੇ ਵਿੱਚ ਵਾਅਦਾ ਕਰਨਾ। ਆਪਣੇ ਪੁੱਤਰ ਖੁਸਰੋ ਨੂੰ ਇਹਨੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਤੇ ਖੁਸਰੋ ਨੇ ਇਹਨੂੰ ਆਖਿਆ ਕਿ ਹੁਣ ਤੇ ਤੂੰ ਤਖਤ ਤੇ ਬੈਠ ਹੀ ਗਿਆ, ਮੈਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦੇ। ਜਦੋਂ ਇਸ ਨੂੰ ਰਿਹਾ ਕੀਤਾ ਗਿਆ ਤੇ ਖੁਸਰੋ ਨੇ ਕੀ ਕੀਤਾ, ਬਾਦਸ਼ਾਹ ਜਹਾਂਗੀਰ ਦੀ ਬਗਾਵਤ ਕਰ ਦਿੱਤੀ। ਕੁਝ ਸਾਥੀ ਲੈ ਕੇ ਬਗਾਵਤ ਜਦੋਂ ਕੀਤੀ ਤੇ ਬਾਦਸ਼ਾਹ ਜਹਾਂਗੀਰ ਨੇ ਐਲਾਨ ਕਰ ਦਿੱਤਾ, ਖੁਸਰੋ ਫਰਾਰ ਹੋ ਗਿਆ ਸੀ। ਬਾਦਸ਼ਾਹ ਜਹਾਂਗੀਰ ਨੇ ਐਲਾਨ ਕੀਤਾ ਕਿ ਕੋਈ ਇਸ ਨੂੰ ਪਨਾਹ ਨਾ ਦੇਵੇ। ਜਿਹੜਾ ਇਸ ਨੂੰ ਪਨਾਹ ਦੇਗਾ, ਜਿਹੜਾ ਇਹਦੀ ਮਦਦ ਕਰੇਗਾ, ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ, ਸਜ਼ਾਏ ਮੌਤ ਉਹਨੂੰ ਦਿੱਤੀ ਜਾਵੇਗੀ। ਇਹ ਖੁਸਰੋ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਕੋਲ ਆਉਂਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਦੇ ਵਿੱਚ
ਤੇ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਦੇ ਨੇ ਕਿ ਉਹਨਾਂ ਦਿਨਾਂ ਦੇ ਵਿੱਚ ਆਪਣੇ ਕੋਲੋਂ 5000 ਰੁਪਈਆ ਦੇ ਕੇ ਖੁਸਰੋ ਦੀ ਮਦਦ ਕਰਦੇ ਨੇ ਤੇ ਆਪਣੇ ਲੰਗਰ ਦੇ ਵਿੱਚੋਂ ਕਈਆਂ ਦਿਨਾਂ ਤੱਕ ਖੁਸਰੋ ਜਿਹੜਾ ਸੀ ਪ੍ਰਸ਼ਾਦਾ ਪਾਣੀ ਛਕਦਾ ਰਿਹਾ। ਕੁਝ ਬੰਦੇ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨਾਲ ਭੇਜੇ, ਪਰ ਇਹ ਖੁਸਰੋ ਜਿਹੜਾ ਸੀ ਰਸਤੇ ਦੇ ਵਿੱਚ ਮਾਰਿਆ ਜਾਂਦਾ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਖੁਸਰੋ ਦੀ ਇਸ ਤਰ੍ਹਾਂ ਮਦਦ ਕੀਤੀ ਤੇ ਬਾਬਾ ਪ੍ਰਿਥੀ ਚੰਦ ਤੇ ਦੀਵਾਨ ਚੰਦੂ ਸ਼ਾਹ ਤੇ ਪਹਿਲਾਂ ਹੀ ਕੋਈ ਨਾ ਕੋਈ ਮੌਕਾ ਲੱਭ ਰਹੇ ਸਨ, ਕੋਈ ਬਹਾਨਾ ਲੱਭ ਰਹੇ ਸਨ। ਦੀਵਾਨ ਚੰਦੂ ਸ਼ਾਹ ਆਪਣੀ ਬੇਇੱਜ਼ਤੀ ਦਾ, ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਨੂੰ ਆਪਣੇ ਰਸਤੇ ਦਾ ਰੋੜਾ ਸਮਝ ਕੇ ਇਸ ਰੋੜੇ ਨੂੰ ਹਟਾਉਣਾ ਚਾਹੁੰਦਾ ਸੀ, ਗੁਰਗੱਦੀ ਹਟਾਉਣਾ ਚਾਹੁੰਦਾ ਸੀ। ਬਾਬਾ ਪ੍ਰਿਥੀ ਚੰਦ ਨੇ ਇਹ ਸਾਰੀਆਂ ਗੱਲਾਂ ਦੀਵਾਨ ਚੰਦੂ ਸ਼ਾਹ ਤੱਕ ਕੀਤੀਆਂ। ਦੀਵਾਨ ਚੰਦੂ ਸ਼ਾਹ ਨੇ ਬਾਦਸ਼ਾਹ ਜਹਾਂਗੀਰ ਨੂੰ ਸ਼ਿਕਾਇਤਾਂ ਕੀਤੀਆਂ ਕਿ ਗੁਰੂ ਅਰਜਨ ਨੇ ਤੁਹਾਡਾ ਭੈ ਨਹੀਂ ਮੰਨਿਆ, ਉਹਨੇ ਡਰ ਨਹੀਂ ਮੰਨਿਆ। ਗੁਰੂ ਅਰਜਨ ਨੇ ਖੁਸਰੋ ਨੂੰ ਪਨਾਹ ਦਿੱਤੀ ਹੈ, 5000 ਰੁਪਈਆ ਵੀ ਉਹਨੂੰ ਦਿੱਤਾ, ਉਹਦੀ ਮਦਦ ਕੀਤੀ ਹੈ, ਉਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ। ਬਾਦਸ਼ਾਹ ਜਹਾਂਗੀਰ ਨੇ ਕੀ ਕੀਤਾ, ਆਪਣਾ ਇੱਕ ਜਰਨੈਲ ਜਿਹੜਾ ਸੀ ਜਿਹਦਾ ਨਾਮ ਸੀ ਮੁਰਤਜ਼ਾ ਖਾਨ। ਇਹ ਮੁਰਤਜ਼ਾ ਖਾਨ ਕੌਣ ਸੀ? ਇਸਲਾਮ ਮਤ ਦਾ ਬਹੁਤ ਵੱਡਾ ਇੱਕ ਫਕੀਰ ਸੀ, ਸਰਹੰਦ ਦਾ ਰਹਿਣ ਵਾਲਾ। ਸ਼ੇਖ ਅਹਿਮਦ ਸਰਹੱਦੀ ਮੁਸਲਮਾਨਾਂ ਦੇ ਵਿੱਚ ਇੱਕ ਨਕਸ਼ਬੰਦੀ ਮਤ ਆ, ਉਸ ਮਤ ਦਾ ਇਹ ਪ੍ਰਚਾਰਕ ਸੀ। ਤੇ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਖਿਆਤੀ, ਸ਼ੋਭਾ, ਵਡਿਆਈ ਚਾਰੋਂ ਪਾਸੇ ਫੈਲ ਗਈ, ਮੀਆਂ ਮੀਰ ਵਰਗੇ, ਭਾਈ ਮੰਝ ਵਰਗੇ ਇਸਲਾਮ ਦਾ ਪ੍ਰਚਾਰ ਕਰਨ ਵਾਲੇ ਵੱਡੇ ਚੌਧਰੀ, ਭਾਈ ਪਹਿਲੋ ਵਰਗੇ ਇਸਲਾਮ ਦਾ ਪ੍ਰਚਾਰ ਕਰਨ ਵਾਲੇ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਿੱਖ ਬਣ ਗਏ, ਇਸਲਾਮ ਨੂੰ ਬਹੁਤ ਵੱਡਾ ਘਾਟਾ ਪੈ ਗਿਆ। ਜਿਨ੍ਹਾਂ ਨੇ ਇਸਲਾਮ ਦਾ ਪ੍ਰਚਾਰ ਕਰਨਾ ਸੀ ਉਹ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਤੇ ਇਹ ਸ਼ੇਖ ਅਹਿਮਦ ਸਰਹੱਦੀ ਜਿਹੜਾ ਸੀ, ਇਹ ਇਸ ਗੱਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਇਹ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਆਪਣੇ ਰਸਤੇ ਤੋਂ ਹਟਾਉਣਾ ਚਾਹੁੰਦਾ ਸੀ। ਇਹਦੇ ਮਨ ਦੇ ਵਿੱਚ ਇਹ ਵਿਚਾਰ ਸੀ ਕਿ ਜੇ ਗੁਰੂ ਅਰਜਨ ਦੇਵ ਪੰਜਾਬ ਦੇ ਵਿੱਚ ਰਿਹਾ ਤੇ ਇੱਥੇ ਇਸਲਾਮ ਖਤਮ ਹੋ ਜਾਵੇਗਾ। ਇਹ ਸ਼ੇਖ ਅਹਿਮਦ ਸਰਹੱਦੀ ਦਾ ਚੇਲਾ ਸੀ। ਇਹ ਸ਼ੇਖ ਫਰੀਦ ਬੁਖਾਰੀ, ਜਿਹਦਾ ਨਾਮ ਬਾਅਦ ਦੇ ਵਿੱਚ ਜਦੋਂ ਬਾਦਸ਼ਾਹ ਜਹਾਂਗੀਰ ਨੇ ਲਾਹੌਰ ਦਾ ਇਸ ਨੂੰ ਅਹਿਲਕਾਰ ਥਾਪਿਆ ਤੇ ਇਹਦਾ ਨਾਮ ਰੱਖਿਆ ਮੁਰਤਜ਼ਾ ਖਾਨ। ਮੁਰਤਜ਼ਾ ਖਾਨ ਨੂੰ ਫੌਜ ਦੇ ਕੇ ਬਾਦਸ਼ਾਹ ਜਹਾਂਗੀਰ ਨੇ ਹਰਮੰਦਰ ਸਾਹਿਬ ਵੱਲ ਤੋਰਿਆ, ਅੰਮ੍ਰਿਤਸਰ ਸਾਹਿਬ ਵੱਲ ਫੌਜ ਲੈ ਕੇ ਮੁਰਤਜ਼ਾ ਖਾਨ ਜਾ ਰਿਹਾ, ਪਿੱਛੇ ਬਾਦਸ਼ਾਹ ਜਹਾਂਗੀਰ ਆ ਰਿਹਾ ਫੌਜ ਲੈ ਕੇ। ਰਸਤੇ ਦੇ ਵਿੱਚ ਜਿਨ੍ਹਾਂ ਬੰਦਿਆਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇ ਖੁਸਰੋ ਦੀ ਮਦਦ ਕੀਤੀ, ਉਹਨਾਂ ਬੰਦਿਆਂ ਨੂੰ ਮੁਰਤਜ਼ਾ ਖਾਨ ਜਿਹੜਾ ਹੈ ਗਊ ਦੇ ਕੱਚੇ ਚੰਮ ਦੇ ਵਿੱਚ ਮੜਾ ਕੇ ਤੇ ਰੁੱਖਾਂ ਦੇ ਨਾਲ ਟੰਗਾਈ ਜਾਂਦਾ। ਪਿੱਛੇ ਬਾਦਸ਼ਾਹ ਜਹਾਂਗੀਰ ਆ ਰਿਹਾ, ਮੁਰਤਜ਼ਾ ਖਾਨ ਫੌਜਾਂ ਲੈ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਕੋਲ ਪਹੁੰਚਦਾ ਹੈ, ਜਾ ਕੇ ਹੁਕਮ ਸੁਣਾਉਂਦਾ ਹੈ ਕਿ ਤੁਹਾਨੂੰ ਬਾਦਸ਼ਾਹ ਜਹਾਂਗੀਰ ਨੇ ਸੱਦਿਆ, ਛੇਤੀ ਤੁਸੀਂ ਉੱਥੇ ਪਹੁੰਚਣਾ ਕਰੋ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣਾ ਅਖੀਰਲਾ ਸਮਾਂ ਜਾਣ ਕੇ ਬਾਬਾ ਬੁੱਢਾ ਜੀ ਨੂੰ ਬੁਲਾਉਂਦੇ ਨੇ। ਆਪਣੀ ਥਾਂ ਤੇ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਨੂੰ ਗੁਰਿਆਈ ਦਾ ਤਿਲਕ ਲਵਾਇਆ, 5 ਪੈਸੇ ਨਾਰੀਅਲ ਮੱਥਾ ਟੇਕੇ ਤੇ ਆਪਣੇ ਸਾਹਿਬਜ਼ਾਦੇ ਦੀ ਬਾਬਾ ਬੁੱਢਾ ਜੀ ਨੂੰ ਬਾਹ ਫੜਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੰਗਤ ਨੂੰ ਹੁਕਮ ਕੀਤਾ ਕਿ ਹੁਣ ਇਹ ਆਖਰੀ ਮੇਲਾ ਹੈ, ਇਹਦੇ ਤੋਂ ਬਾਅਦ ਹੁਣ ਦਰਸ਼ਨ ਨਹੀਂ ਹੋਣਗੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੁਝ ਸੂਝਵਾਨ ਸਿੱਖਾਂ ਦੇ ਨਾਲ, ਭਾਈ ਪਿਰਾਣਾ, ਭਾਈ ਲੰਗਾ, ਭਾਈ ਜੇਠਾ, ਭਾਈ ਵਿਧੀਆ, ਇਹਨਾਂ ਸਿੱਖਾਂ ਦੇ ਨਾਲ ਲਾਹੌਰ ਪਹੁੰਚਦੇ ਨੇ। ਬਾਦਸ਼ਾਹ ਜਹਾਂਗੀਰ ਦਾ ਦਰਬਾਰ ਲੱਗਿਆ ਹੋਇਆ। ਬਾਦਸ਼ਾਹ ਜਹਾਂਗੀਰ 3 ਸ਼ਰਤਾਂ, 3 ਗੱਲਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਆਖਦਾ ਹੈ ਕਿ ਇਹ ਮੰਨ ਲਓ। ਪਹਿਲੀ ਗੱਲ ਆਖਦਾ ਹੈ ਕਿ ਸਾਨੂੰ ਪਤਾ ਲੱਗਾ ਤੁਸੀਂ ਇੱਕ ਐਸਾ ਗ੍ਰੰਥ ਤਿਆਰ ਕੀਤਾ ਹੈ, ਉਸ ਗ੍ਰੰਥ ਦੇ ਵਿੱਚ ਇਸਲਾਮ ਮਤ ਦੇ ਖਿਲਾਫ ਕੁਝ ਗੱਲਾਂ ਲਿਖੀਆਂ ਹੋਈਆਂ ਨੇ, ਉਹ ਗੱਲਾਂ ਕੱਟ ਦਿਓ
ਤੇ ਮੁਹੰਮਦ ਸਾਹਿਬ ਦੀ ਸਿਫਤ ਦੇ ਵਿੱਚ ਕੁਝ ਗੱਲਾਂ ਉਚਾਰਨ ਕਰੋ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਬਾਦਸ਼ਾਹ ਜਹਾਂਗੀਰ ਇਸ ਗ੍ਰੰਥ ਦੇ ਵਿੱਚ ਨਿਰੋਲ ਪਰਮੇਸ਼ਰ ਦੀ ਸਿਫਤ ਆ। ਇਹ ਧੁਰਕੀ ਬਾਣੀ ਹੈ, ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹਦੇ ਵਿੱਚ ਦੁਨੀਆ ਦੇ ਕਿਸੇ ਬੰਦੇ ਦੀ ਸਿਫਤ ਨੂੰ ਦਰਜ ਨਹੀਂ ਕੀਤਾ ਜਾ ਸਕਦਾ ਤੇ ਨਾ ਇਹਦੇ ਵਿੱਚੋਂ ਇੱਕ ਅੱਖਰ ਵਧਾਇਆ ਜਾ ਸਕਦਾ ਨਾ ਘਟਾਇਆ ਜਾ ਸਕਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਨਾ ਕਰ ਦਿੱਤਾ। ਬਾਦਸ਼ਾਹ ਜਹਾਂਗੀਰ ਨੇ ਆਖਿਆ ਕਿ ਤੁਸੀਂ ਮੇਰੇ ਬਾਗੀ ਪੁੱਤਰ ਖੁਸਰੋ ਨੂੰ ਪਨਾਹ ਦਿੱਤੀ ਹੈ, ਉਹਦੀ ਮਦਦ ਕੀਤੀ ਹੈ, ਉਹਨੂੰ ਬੰਦੇ ਦਿੱਤੇ ਨੇ, 5000 ਰੁਪਇਆ ਦੇ ਕੇ ਉਹਦੀ ਮਦਦ ਕੀਤੀ ਹੈ, ਉਸ ਨੂੰ ਪਨਾਹ ਦਿੱਤੀ ਹੈ। ਇਹਦੇ ਵਾਸਤੇ ਤੁਹਾਨੂੰ 2 ਲੱਖ ਰੁਪਇਆ ਦੰਡ ਲਾਇਆ ਜਾਂਦਾ ਹੈ, ਜੁਰਮਾਨਾ ਲਾਇਆ ਜਾਂਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਬਾਦਸ਼ਾਹ ਜਹਾਂਗੀਰ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਦਰ ਆ, ਉਹਦਾ ਲੰਗਰ ਇੱਥੇ ਜਿਹੜਾ ਮਰਜ਼ੀ ਆਵੇ, ਭਾਵੇਂ ਕੋਈ ਗੁੱਚੜ ਆਵੇ, ਕੋਈ ਵੈਸ਼ਨਵ ਆਵੇ, ਕੋਈ ਸੰਤ ਆਵੇ, ਕੋਈ ਡਾਕੂ ਆਵੇ, ਕੋਈ ਆਪਣਾ ਆਵੇ ਜਾਂ ਪਰਾਇਆ ਆਵੇ, ਕੋਈ ਸੱਜਣ ਆਵੇ ਜਾਂ ਦੁਸ਼ਮਣ ਆਵੇ, ਇਹ ਦਰ ਸਾਰਿਆਂ ਵਾਸਤੇ ਖੁੱਲਾ ਹੈ। ਜੇ ਉਸ ਦਰ ਤੇ ਤੇਰਾ ਬਾਗੀ ਪੁੱਤਰ ਆਇਆ ਹੈ ਤੇ ਤੇਰੇ ਵਫਾਦਾਰਾਂ ਵਾਸਤੇ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰਵਾਜ਼ੇ ਬੰਦ ਨਹੀਂ, ਉਹ ਖੁੱਲੇ ਹੋਏ ਨੇ, ਜਦੋਂ ਮਰਜ਼ੀ ਆ ਸਕਦੇ ਨੇ। ਇਹ ਜੁਰਮਾਨਾ ਮੈਂ ਨਹੀਂ ਤਾਰਾਂਗਾ। ਇਹ ਸਿੱਖਾਂ ਦਾ ਦਸਵੰਧ ਜਿਹੜਾ ਹੈ ਇਹ ਗੁਰੂ ਕੇ ਲੰਗਰ ਵਾਸਤੇ ਆ, ਇਹਦੇ ਨਾਲ ਗਰੀਬਾਂ ਦੀ ਮਦਦ ਕੀਤੀ ਜਾ ਸਕਦੀ ਹੈ, ਪਰ ਸਰਕਾਰ ਦਾ ਖਜ਼ਾਨਾ ਇਹਦੇ ਨਾਲ ਭਰਿਆ ਨਹੀਂ ਜਾ ਸਕਦਾ। ਬਾਦਸ਼ਾਹ ਜਹਾਂਗੀਰ ਨੇ ਆਖਿਆ ਜੇ ਤੁਸੀਂ ਇਹ ਜੁਰਮਾਨਾ ਨਹੀਂ ਦਿੰਦੇ ਤੇ ਤੁਹਾਡੇ ਉੱਤੇ ਯਾਸਾਵਾ ਸਿਆਸਤ ਦਾ ਕਾਨੂੰਨ ਲਾ ਕੇ ਤੁਹਾਨੂੰ ਤਸੀਹੇ ਦਿੱਤੇ ਜਾਣਗੇ। ਯਾਸਾ ਕਾਨੂੰਨ ਇਹ ਚੰਗੇਜ਼ ਖਾਨ ਨੇ ਬਣਾਇਆ ਸੀ ਤੇ ਉਹਨਾਂ ਬਗਾਵਤ ਕਰਨ ਵਾਲੇ ਬਾਗੀਆਂ ਵਾਸਤੇ ਇਹ ਕਾਨੂੰਨ ਬਣਾਇਆ ਗਿਆ ਸੀ। ਐਸੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ ਕਿ ਬਾਗੀ ਦੇ ਖੂਨ ਦੇ ਤੁਪਕੇ ਜਿਹੜੇ ਸਨ ਉਹ ਜ਼ਮੀਨ ਤੇ ਨਾ ਡਿੱਗਣ। ਉਹਦਾ ਇਹ ਮੰਨਣਾ ਸੀ ਜੇ ਖੂਨ ਦੇ ਤੁਪਕੇ, ਖੂਨ ਅਗਰ ਜ਼ਮੀਨ ਤੇ ਡੁੱਲੇਗਾ ਤੇ ਹੋਰ ਬਾਗੀ ਪੈਦਾ ਹੋਣਗੇ। ਦੀਵਾਨ ਚੰਦੂ ਸ਼ਾਹ ਨੇ ਬਾਦਸ਼ਾਹ ਜਹਾਂਗੀਰ ਨੂੰ ਆਖਿਆ ਕਿ ਜੇ ਇਹ ਪੈਸੇ ਨਹੀਂ ਦਿੰਦੇ ਤੇ ਪੈਸੇ ਮੈਂ ਦੇ ਦੇਣਾ, ਇਹ ਕੇਸ ਤੁਹਾਡੇ ਕੋਲੋਂ ਮੈਂ ਮੁੱਲ ਲੈਣਾ, ਇਹਨਾਂ ਕੋਲੋਂ ਮੈਂ ਆਪਣੇ ਆਪ ਲੈ ਲਵਾਂਗਾ। ਬਾਦਸ਼ਾਹ ਜਹਾਂਗੀਰ ਅੱਗੇ ਕਸ਼ਮੀਰ ਵਾਲੇ ਪਾਸੇ ਚਲਾ ਗਿਆ ਤੇ ਇਹ ਕੇਸ ਦੀਵਾਨ ਚੰਦੂ ਸ਼ਾਹ ਨੇ ਬਾਦਸ਼ਾਹ ਜਹਾਂਗੀਰ ਦੇ ਕੋਲੋਂ ਮੁੱਲ ਲੈ ਲਿਆ। ਮੈਂ ਛੇਤੀ ਅਰਜ਼ ਕਰਾਂ, ਦੀਵਾਨ ਚੰਦੂ ਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਆਪਣੇ ਘਰ ਲੈ ਜਾਂਦਾ, ਜੋੜੀ ਦੇ ਵਿੱਚ ਸਾਰੇ ਸਿੱਖਾਂ ਨੂੰ ਕੈਦ ਕਰ ਦਿੱਤਾ ਜਾਂਦਾ। ਅੰਦਰ ਕਮਰੇ ਦੇ ਵਿੱਚ ਲਿਜਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਕੈਦ ਕੀਤਾ ਗਿਆ ਤੇ ਦੀਵਾਨ ਚੰਦੂ ਸ਼ਾਹ ਆਖਣ ਲੱਗਾ, ਗੁਰੂ ਅਰਜਨ ਤੂੰ ਮੇਰੀ ਧੀ ਦਾ ਸਾਕ ਮੋੜਿਆ ਸੀ, ਮੈਂ ਲਾਗੀ ਵੀ ਭੇਜੇ ਸਨ, ਮੇਰੀ ਕੁੱਤੇ ਜਿੰਨੀ ਕਦਰ ਨਹੀਂ ਕੀਤੀ। ਅਜੇ ਵੀ ਸਮਾਂ ਹੈ, ਮੇਰੀ ਲੜਕੀ ਦਾ ਸਾਕ ਪ੍ਰਵਾਨ ਕਰ ਲੈ, ਮੈਂ ਤੈਨੂੰ ਬਚਾ ਦਿਆਂਗਾ, ਨਹੀਂ ਤੇ ਬਹੁਤ ਤਸੀਹੇ ਤੈਨੂੰ ਦਿੱਤੇ ਜਾਣਗੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਦੀਵਾਨ ਚੰਦੂ ਸ਼ਾਹ ਉਹ ਅਸੀਂ ਮੋਰੀ ਹਾਂ ਤੇ ਮੋਰੀ ਨੇ ਮੋਰੀ ਦੇ ਨਾਲ ਮੇਲ ਧਾਰ ਲਿਆ, ਤੂੰ ਚੁਬਾਰਾ ਹੈ ਤੇ ਚੁਬਾਰੇ ਦਾ ਮੇਲ ਚੁਬਾਰੇ ਨਾਲ ਹੀ ਫੱਬਦਾ। ਇਹ ਜਵਾਬ ਸੁਣ ਕੇ ਦੀਵਾਨ ਚੰਦੂ ਸ਼ਾਹ ਆਪਣੇ ਨੌਕਰਾਂ ਨੂੰ ਆਖਦਾ ਹੈ ਕਿ ਇਹਨਾਂ ਨੂੰ ਜਿੰਨੀ ਦੇਰ ਤੱਕ ਇਹ 2 ਲੱਖ ਰੁਪਈਆ ਨਾ ਦੇ ਦੇਵੇ, ਨਾ ਕੁਝ ਖਾਣ ਵਾਸਤੇ ਦੇਣਾ, ਨਾ ਕੁਝ ਪੀਣ ਵਾਸਤੇ ਦੇਣਾ, 2 ਦਿਨ ਤੇ 2 ਰਾਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਭੁੱਖੇ ਬੈਠੇ ਹੋਏ ਨੇ। ਤੀਸਰਾ ਦਿਨ ਚੜ੍ਹਦਾ, ਦੀਵਾਨ ਚੰਦੂ ਸ਼ਾਹ ਨੇ ਵੇਖਿਆ ਕਿ ਅਜੇ ਵੀ ਇਹਨਾਂ ਦੇ ਚਿਹਰੇ ਦੇ ਉੱਤੇ ਕੋਈ ਦੁੱਖ ਪ੍ਰਤੀਤ ਨਹੀਂ ਹੁੰਦਾ। ਆ ਕੇ ਆਖਦਾ, ਅਜੇ ਵੀ ਮੇਰੀ ਬੇਟੀ ਦਾ ਸਾਕ ਪ੍ਰਵਾਨ ਕਰ ਲੈ, ਨਹੀਂ ਤੇ ਬਹੁਤ ਸਖਤ ਤਸੀਹੇ ਦਿੱਤੇ ਜਾਣਗੇ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਨਾ ਕਰ ਦਿੱਤਾ ਤੇ ਦੀਵਾਨ ਚੰਦੂ ਸ਼ਾਹ ਨੇ ਕੀ ਕੀਤਾ, ਆਖਣ ਲੱਗਾ ਇੱਕ ਦੇਗ ਦੇ ਵਿੱਚ ਪਾਣੀ ਉਬਾਲੋ, ਪਾਣੀ ਗਰਮ ਕਰੋ, ਗੁਰੂ ਅਰਜਨ ਨੂੰ ਦੇਗ ਦੇ ਵਿੱਚ ਬਿਠਾਇਆ ਜਾਵੇ, ਜਿਸ ਤਰ੍ਹਾਂ ਮੈਂ ਤਪ ਰਿਹਾ ਹਾਂ ਧੀ ਦੇ ਦੁੱਖ ਦੇ ਨਾਲ, ਇਹ ਵੀ ਤਪੇ, ਇਹਨੂੰ ਪਤਾ ਲੱਗੇ। ਉਬਲਦੀ ਦੇਗ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੈਠ ਗਏ ਨੇ, ਅਡੋਲ ਬਿਰਤੀ ਦੇ ਵਿੱਚ ਬੈਠੇ ਹੋਏ ਨੇ, ਰਸਨਾ ਨਾਮ ਜਪਦੀ ਏ, ਸਮਾਧੀ ਸੱਚੇ ਪਾਤਸ਼ਾਹ ਲਾ ਲਈ ਦੇਗ ਦੇ ਵਿੱਚ ਬੈਠ ਕੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਾਮ ਜਪ ਕੇ ਇੰਨੇ ਕੋ ਠੰਡੇ ਹੋ ਚੁੱਕੇ ਨੇ, ਨਾ ਸੀਤਲੰ ਚੰਦਰ ਦੇਵਹ ਨਾ ਸੀਤਲੰ ਬਾਵਨ ਚੰਦਨਹ ਨਾ ਸੀਤਲੰ ਸੀਤ ਰੁਤੇਨ,
नानक शीतलंग साध सजन चंदन चांदना सुरद रुत मीट मूल ना मिटाई काम शीतल थीवै नानका जपंदड़ो हर नाम। इन्ने ज्यादा ठंडे हो चुके ने गुरु अर्जन देव सच्चे पातशाह नाम जप रहे ने, समाधि लगी हुई है। सतगुरु जगजीत सिंह सच्चे पातशाह दे पावन पवित्र बचनां दे विच आउंदा है कि जदों सानू कोई दुख आउंदा है ना, माड़ा जा कोई बुखार भी चढ़ जाए तो असीं ये गल कहने आ, लै मैं इन्ना भजन करदा, मैं इन्नी बाणी पढ़दा, मैनू बुखार क्यों चढ़ गया। सच्चे पातशाह आंदे ने उदों असीं रब दे बहुत नेड़ियों हो के मुड़ आउणे, जदों रब दी रजा दे उत्ते कोई किंतु कर दिंने आ। पर ਉਹ ਸਤਪੁਰਸ਼ਾਂ ਮਹਾਪੁਰਸ਼ਾਂ ਦੀ ਬਿਰਤੀ ਇਸ ਤਰ੍ਹਾਂ ਦੀ ਹੋਇਆ ਕਰਦੀ, ਉਹ ਦੁੱਖ ਦੇ ਵਿੱਚ ਵੀ ਅਡੋਲ ਰਹਿੰਦੇ ਨੇ। ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਨ। ਕੱਲ ਬਾਬਾ ਬੰਦਾ ਬਹਾਦਰ ਦੀ ਸ਼ਹੀਦੀ ਦਾ ਵੀ ਦਿਨ ਸੀ। ਜਦੋਂ ਬਾਬੇ ਬੰਦੇ ਬਹਾਦਰ ਦਾ ਮਾਸ ਜੰਬੂਰਾਂ ਦੇ ਨਾਲ ਖਿੱਚਿਆ ਗਿਆ ਤੇ ਉਹ ਮੁਸਕਰਾਉਂਦਾ ਹੱਸਦਾ। ਜੱਲਾਦਾਂ ਨੇ ਪੁੱਛਿਆ ਸੀ ਤੈਨੂੰ ਤਕਲੀਫ ਦਿੰਨੇ ਆ, ਦੁੱਖ ਦਿੰਨੇ ਆ, ਤੂੰ ਹੱਸ ਰਿਹਾ। ਉਹ ਆਂਦਾ ਤੁਸੀਂ ਮੇਰੇ ਸਰੀਰ ਨੂੰ ਦੁੱਖ ਦੇ ਰਹੇ ਹੋ, ਮੇਰਾ ਸਰੀਰ ਦੇ ਨਾਲ ਕੋਈ ਸੰਬੰਧ ਨਹੀਂ, ਮੇਰਾ ਸੰਬੰਧ ਤੇ ਉਸ ਪਰਮੇਸ਼ਰ ਦੇ ਨਾਲ, ਮੇਰੀ ਬਿਰਤੀ ਤੇ ਉਹਦੇ ਨਾਲ ਜੁੜੀ ਹੋਈ ਏ। ਮੈਂ ਤੇ ਇਸ ਸਰੀਰ ਦੇ ਵਿੱਚ ਹੈ ਹੀ ਨਹੀਂ, ਦੁੱਖ ਕਿਹਨੂੰ ਲੱਗਣਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮੁਸਕਰਾ ਰਹੇ ਨੇ, ਤੱਤੇ ਪਾਣੀ ਦੇ ਵਿੱਚ ਉਬਲਦੀ ਦੇਗ ਦੇ ਵਿੱਚ ਬੈਠੇ ਹੋਏ ਨੇ। हाँ जी खा के कलेजे कटार आशिक हंसते रहे, खा के कलेजे कटार आशिक हंसते रहे। देगा में उबाले खा के तत्ती तवी ते तारी लाके ओ करके शुक्र हजार आशिक हंसते रहे, खा के कलेजे कटार आशिक हंसते रहे। पातशाह अडोल बैठे हुए, कोई दुख नहीं मन्निया। ये नहीं कहा जा सकता कि उन्होंने दुख होया नहीं, दर्द नहीं हुई, दुख होया।
सारे शरीर दे उत्ते फलूए पै गए। सतगुरु जगजीत सिंह सच्चे पातशाह जी का एक बार दाढ़ का ऑपरेशन होया ते उन्हां ने जिस तरह आपां दंद दा दाढ़ दा ऑपरेशन कराउण वास्ते अपनी दाढ़ नूं पहिलां सुन्न करवा लैंदे आ ना कि दर्द ना होवे। सतगुरु जी दाढ़ नूं टीका ना लवाया, सुन्न ना करवाई ते इस तरह ही दाढ़ दा ऑपरेशन होया ते दाढ़ तो बाद पुछया गया सतगुरु जी नूं कि तुहानूं दुख नहीं होया, दर्द नहीं होई? सतगुरु जगजीत सिंह सच्चे पातशाह बचन कीता, दर्द ते मैनूं होई सी, पर जे मैं हाल पारिया करदा, हाय हाय करदा कि वो दर्द घट जानी सी। सतगुरु जगजीत सिंह सच्चे पातशाह बचन कीता कि जिस वेले गुरु अर्जन देव सच्चे पातशाह नूं कष्ट दिते गए, तसीहे दिते गए, जे वो भी हाय हाय करदे, हाल पारिया करदे ते दुख देण वालियां दे हौसले होर ज्यादा वध जाने सी। सतगुरु जी ने कोई दुख नहीं मन्निया, यही उन्हां दी जित सी ते तसीहे देण वाले जालमां दी, जुल्म करन वालियां दी ये हार सी। दीवान चंदू शाह सोचदा है कि इन्हां दुख देण दे बावजूद भी कष्ट नहीं मनदे, दुख नहीं मनदे। अगले दिन फिर तत्ता तत्ता रेता जिहड़ा सी वो सीस ते पवाया गया। पंजवें दिन तत्ती तवी ते बिठाया गया। गुरु अर्जन देव सच्चे पातशाह अडोल समाधि लाई हुई है, तत्ती तवी ते बैठे हुए ने। बालम जी लिखते ने, बालम जी कहते ने, लाल लोह सी अंगियार होई, भड़क भड़क के पट्ठी भड़कदी सी, ला के चौंकड़ा भानी दा चन्न बैठा, चिरड़ चिरड़ करके चरबी चिड़कदी सी। दोजक वांग सी उस दिन लाहौर बनिया, चप्पे चप्पे ते होनी कड़कदी सी, कड़छे रेत ते पैंदे सी, सिर उत्ते तिरड़ तिरड़ करके रेत तिड़कदी सी। आखिया किसे ने जाके मियां मीर ताई, प्यारे गुरु जी कष्ट उठा रहे ने, थले लो तत्ती उत्ते रेत तत्ती विच बैठ के गुरु जी ताड़ी ला रहे ने। दर्शन करके लो ते सतगुरां दे मियां मीर जी रो रो सुनान लगे, तत्ती तवी ते तपा तन अपना, ठंड किस दे कलेजे पाण लगे। चरबी साड़ के सूल शरीर विचों, जोत किस दे मंदिर जगान लगे। छाले छाले कर सुंदर शरीर अपना, कड़छे रेत दे सीस ते पवाण लगे। मियां मीर बेनती करदा, सच्चे पातशाह कृपा करो, मैनूं हुक्म करो, मैं कोई रंग विखावां, मैं दिल्ली ते लाहौर नूं आपो दे विच पढ़ा देवां, पर सतगुरु जी बना कर दे। सतगुरु जी कहंदे ने, कहा हस के सच्चियां सतगुरां ने, हुक्म प्यारे दा पीर परताई दा नी, सदा रहीए प्यारे दे हुक्म अंदर विच, भाणे दे मियां घबराई दा नी। तेरा किया मीठा लागे, हर नाम पदार्थ नानक मांगे। गुरु अर्जन देव सच्चे पातशाह संसार नूं एक ऐसी मरण दी जांच, जिउण दी जांच दस के गए ने कि जिउणा अणख दे नाल चाहीदा है ते मरना भी अणख दे नाल चाहीदा है। गुरु अर्जन देव सच्चे पातशाह पंजवें दिन जदों दीवान चंदू शाह ने योजना बनाई सतगुरु नूं गऊ दे कच्चे चंब दे विच मरण दी, सतगुरु जी इच्छा प्रकट करते ने। सतगुरु जी सोचा कि मेरा शरीर अपवित्र होवेगा ते गऊ दी मौत, गऊ दी हत्या दा पाप लगेगा। गुरु अर्जन देव सच्चे पातशाह रावी नदी ते इशनान करन जांदे ने। इशनान करके एक जपजी साहब दा पाठ करके अपनी देह दा त्याग कर दिंदे। सिखां ने गुरु अर्जन देव सच्चे पातशाह दी रजा अनुसार, हुक्म अनुसार सतगुरु जी दे पावन पवित्र शरीर नूं रावी दरिया दे विच प्रवाह कर दिता। गुरु अर्जन देव सच्चे पातशाह तत्ती तवी ते बैठ के एक ऐसा उपदेश, ऐसी सिक्ख्या संसार नूं दे के गए। आ गीत पढ़ के मैं तुहाडे कोलों खिमा दा जाचक होवांगा। बैठ के तत्ती तवी ते कर कमाल गए, गुरु अर्जन जी जग नूं जिउणा सिखाल गए। बैठ के तत्ती तवी ते कर कमाल गए, गुरु अर्जन जी जग नूं जिउणा सिखाल गए।
ਵਿੱਚ ਦੇਗ ਦੇ ਗੁਰਾਂ ਬਿਠਾਇਆ, ਉਹ ਦੇਗ ਦੇ ਵਿੱਚ ਬੈਠ ਕੇ ਖੁਦ ਨੂੰ ਬਾਲ ਗਏ। ਗੁਰੂ ਅਰਜਨ ਜੀ ਜਗ ਨੂੰ ਜਿਉਣਾ ਸਿਖਾਲ ਗਏ। ਬੈਠ ਕੇ ਬੱਤੀ ਕਵੀ ਤੇ ਕਰ ਕਮਾਲ ਗਏ। ਗੁਰੂ ਅਰਜਨ ਜੀ ਜਗ ਨੂੰ ਜਿਉਣਾ ਸਿਖਾਲ ਗਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਅਰਜਨ ਦੇਵ ਜੀ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸਾਹਿਬ ਪਾਤਸ਼ਾਹ। ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਮਰਪਿਆ ਗੁਰੂ ਨਾਨਕ ਲਈ ਤੇ ਆਏ ਕਰ ਗੁਰਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਮਰਾਓ ਸ੍ਰੀ ਹਰਿ ਰਾਏ। ਸ਼੍ਰੀ ਹਰਿਕ੍ਰਿਸ਼ਨ ਜੀ ਤੇ ਆਈਏ ਜਿਸ ਜਿੱਥੇ ਸਭ ਦੁੱਖ ਜਾਏ ਤੇ ਬਹਾਦਰ ਸੁਣੀਏ ਪਰ ਨਾਉ ਦੇ ਦਾਵੇ ਧਾਏ। ਦਸ਼ਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਇ। श्री सतगुरु बालक सिंह जी सिमरिए जिन्ना धर्म का मार्ग दिया बताया। अकाल पुरख अंतर्यामी श्री सतगुरु राम सिंह जी जिन्ना जमा तुलिया छड़ाए। जोत का जामा श्री सतगुरु हरि सिंह जी सिमरिए जुटी लई मिलाए। वड्डे प्रताप वाले अटल प्रतापी सतगुरु प्रताप सिंह जी सिमरिए जिन्ना कलयुग विच सोच सोच नाम बाणी का प्रवाह दिया चलाए। सर्व कला समर्थ श्री सतगुरु जगजीत सिंह जी महाराज सिमरिए जिन्ना मरण तो कटिया जाए। हाजरा हजूर पहरे दे मालक धन श्री सतगुरु दे सिंह जी सब थाई होने सहाय। गुरु जी के चार साहिबजादे पंज प्यारे 40 मुक्ते बेअंत शहीदां दी कमाई का ध्यान करके आप जी का पवित्र नाम चितावे। गरीब नवाज सच्चे पातशाह सी सदा ही भुलनहार जी महान आप बख्शन पिता हो दरों करो सिखी सत्य बख्शो। बेमुखों के न मरिए धरती दे धर्म वरताओ। महामलेश का नाश करो संत खालसे का प्रकाश करो। गौ ते गरीब ते कष्ट ਨੂੰ दूर करो। कुल सृष्टि आप जी का नाम जपे। दुख किसे ਨੂੰ ਲੱਗੇ ਨਾ ਸੱਚੇ ਪਾਤਸ਼ਾਹ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ 'ਚ ਸਾਡਾ ਧਰਮ ਬਣਿਆ ਰਹੇ। अकाल पुरख सतगुरु राम सिंह सच्चे पातशाह आप जी का उल्टा आसरा लेके आप दी प्यारियां संगतां ने आप जी के पवित्र नाम का सिमरन किया। सच्चे पातशाह नाम सिमरन अपने दर से प्रवान करो। सच्चे पातशाह दर्शना की दात बख्शो। अकाल पुरख सतगुरु राम सिंह सच्चे पातशाह आप जी की कृपा के नाल गुरु अर्जन देव सच्चे पातशाह जी की याद के विच प्रवान सके। सच्चे पातशाह की कृपा करो। गुरबाणी पढ़दे कीर्तन करदे अनेक प्रकार दी खुशियां हो अपने दर से प्रवान करो। बड़िया सुनिया साडे हिरदियां ते वसे सच्चे पातशाह कृपा करो। आवाज साध संगत इत्थे जुड़ती रहे नाम सिमरन होता रहे। अपने इसी तरह आप जी का हर जस करते रहिए। सच्चे पातशाह कृपा करो बख्शिश करो। हे अकाल पुरख सच्चे पातशाह नाम दान स्नान अमृत वेले का जागना बख्शो। सच्चे पातशाह मनमुखी बेमुखी बेसिरकी को हथ दे के रख सतगुरु राम सिंह सच्चे पातशाह नाल सो नाल सारू रख लो बख्श लो देह करके गुजरार श्री सतगुरु राम सिंह नाम चढ़ती कला अपनी भाणे सर्वत दा